सतनाम श्री वाहिगुरु जी। जो हमरी बिद होती मेरे सतगुरा, सा बिद तुम हर जान हो आपे। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चूके सब सोग संतापे। सतनाम श्री वाहिगुरु जी। माज महला तीजा। अंदर हीरा लाल बनाया, गुर कै शब्द परख परखाया। अंदर हीरा लाल बनाया। वाहिगुरु जी का खालसा, वाहिगुरु जी की फतेह। गरीब नवाज सतगुरु दसां पातशाहियां दी आत्मिक जोत, धन गुरु ग्रंथ साहिब जी दी साजी नवाजी परम सन्मानयोग गुरु का रूप खालसा साध संगत जीओ। सतगुरां दी परम पवित्र ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਜੋ ਆਰੰਭ ਹੈ, ਗੁਰੂ ਕਿਰਪਾ ਸਦਕਾ ਇਹ ਮਾਝ ਰਾਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 112 ਅੰਗ ਤੱਕ ਪਹੁੰਚੀ ਹੋਈ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਅਸ਼ਟਪਦੀਆਂ ਦੀ ਵਿਚਾਰ ਚੱਲ ਰਹੀ ਹੈ। ਆਓ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਖਾਰਬਿੰਦ ਤੋਂ ਚਾਰੇ ਬਚਨਾਂ ਨੂੰ ਵਿਚਾਰੀਏ, ਸੁਣੀਏ। ਮਾਝ ਮਹੱਲਾ ਤੀਜਾ। ਮਾਝ ਰਾਗ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ ਤੀਜੇ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ। ਅੰਦਰ ਹੀਰਾ ਲਾਲ ਬਣਾਇਆ। ਵਾਹਿਗੁਰੂ ਪਰਮਾਤਮਾ ਨੇ ਮਨੁੱਖ ਦੀ ਬੁੱਧੀ ਆਦਿਕ ਦੇ ਅੰਦਰ ਹੀ ਜੋ ਆਪਣਾ ਨਾਮ ਹੈ ਹੀਰੇ ਵਰਗਾ, ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਔਰ ਇਸੇ ਤਰ੍ਹਾਂ ਲਾਲ ਨਾਮ ਪਿਆਰੇ ਦਾ ਹੈ। ਪਿਆਰੇ ਅਕਾਲ ਪੁਰਖ ਦਾ ਸਰੂਪ ਜਿਹੜੀ ਚੇਤਨ ਸੱਤਾ ਹੈ, ਉਹ ਵੀ ਅੰਦਰ ਵਾਹਿਗੁਰੂ ਨੇ ਟਿਕਾਈ ਹੋਈ ਹੈ। ਇਸ ਤਰ੍ਹਾਂ ਮਨੁੱਖ ਦੇ ਅੰਦਰ ਸ਼ੁਭ ਗੁਣਾ ਰੂਪੀ ਹੀਰੇ ਲਾਲ ਜਵਾਹਰਾਤ ਵੀ ਪਰਮੇਸ਼ਰ ਨੇ ਅੰਦਰ ਬਣਾਏ ਹੋਏ ਨੇ। ਕਿਉਂਕਿ ਜਿਨ ਗੁਰਮੁਖ ਖੋਜ ਢੰਡੋਲਿਆ, ਤੈਨ ਅੰਦਰੋਂ ਹੀ ਸੱਚ ਲੱਧਿਆ। ਸਾਰਾ ਕੁਛ ਅੰਦਰ ਹੀ ਹੈ। ਇਸ ਕਾਇਆ ਦੇ ਅੰਦਰ ਬਹੁ ਹੱਟ ਪੱਟਣ ਬਾਜ਼ਾਰਾ ਹੈ, ਪਰ ਜੈਸਾ ਜੈਸਾ ਸੌਦਾ ਕੋ ਖਰੀਦਦਾ, ਜੈਸਾ ਜੈਸਾ ਵਪਾਰ ਕਰਦਾ, ਵੈਸਾ ਹੀ ਉਹਨੂੰ ਨਫਾ ਨੁਕਸਾਨ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਗੁਰੂ ਦੇ ਸ਼ਬਦ ਨਾਲ ਜੁੜਨ ਵਾਲੇ, ਉਹਨਾਂ ਨੇ ਆਪਣਾ ਅੰਦਰ ਜਿਹੜਾ ਹਿਰਦਾ ਹੈ ਉਹ ਹੀਰਾ ਤੇ ਲਾਲ ਬਣਾ ਲਿਆ। ਸੋ ਹੀਰੇ ਲਾਲ ਵਰਗਾ ਭਾਵ ਹੈ ਕਿ ਆਪਣੇ ਅੰਦਰ ਨੂੰ ਸੋਹਣਾ ਬਣਾ ਲਿਆ ਹੈ। ਆਪਣੀ ਮਨ ਬੁੱਧ ਨੂੰ, ਚਿੱਤ ਹੰਕਾਰ ਨੂੰ, ਅੰਤਸ਼ਕਰਨ ਨੂੰ ਸ਼ੁੱਧ ਕਰ ਲਿਆ। ਸਾਫ ਸੁਥਰਾ ਹੀਰਿਆਂ ਵਰਗਾ, ਲਾਲਾਂ ਵਰਗਾ ਬਣਾ ਲਿਆ। ਗੁਰ ਕੈ ਸ਼ਬਦ ਪਰਖ ਪਰਖਾਇਆ। ਅਤੇ ਗੁਰੂ ਦੇ ਸ਼ਬਦ ਰਾਹੀਂ ਉਹਨਾਂ ਨੇ ਸ਼ੁਭ ਗੁਣਾਂ ਦੀ, ਵਾਹਿਗੁਰੂ ਦੇ ਨਾਮ ਦੀ, ਵਾਹਿਗੁਰੂ ਦੇ ਗਿਆਨ ਦੀ ਆਪ ਪਰਖ ਕੀਤੀ ਹੈ ਅਤੇ ਹੋਰਨਾਂ ਨੂੰ ਪਰਖਾਇਆ ਹੈ। ਆਪ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਪਰਖਿਆ, ਮਨ ਨੂੰ ਪਰਖਿਆ। ਮਨ ਮਾਨਕ ਜਨ ਪਰਖਿਆ, ਗੁਰ ਸ਼ਬਦੀ ਵਿਚਾਰ, ਤੇ ਨਰ ਵਿਰਲੇ ਜਾਣੀ ਹੈ ਕਲਯੁਗ ਵਿੱਚ ਸੰਸਾਰ। ਜਿਹੜੀ ਮੈਲ ਹੈ ਇਹ ਮਨ ਦੇ ਤਾਈਂ ਹੈ। ਜੇ ਮੈਲ ਉਤਰ ਜਾਏ ਅਤੇ ਮਨ ਸ਼ੁੱਧ ਹੋ ਜਾਏ, ਅਤੇ ਜਿਹੜਾ ਸਾਡਾ ਸਰੂਪ ਹੈ ਆਤਮਾ, ਉਹ ਪਰਮੇਸ਼ਰ ਸਰੂਪ ਹੀ ਹੈ। ਵਾਹਿਗੁਰੂ ਦਾ ਨਾਮ ਵੀ ਹੀਰਾ ਹੈ। ਵਾਹਿਗੁਰੂ ਦੀ ਅੰਸ਼ ਜਿਹੜੀ ਚੇਤਨ ਸੱਤਾ, ਉਹ ਵੀ ਲਾਲ ਦੀ ਨਿਆਈ ਹੈ ਅਤੇ ਲਾਲ ਨਾਮ ਪਿਆਰੇ ਦਾ ਵੀ ਹੈ। ਸੋ ਇਸ ਪ੍ਰਕਾਰ ਇਉਂ ਪਰਮੇਸ਼ਰ ਦਾ ਗਿਆਨ, ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਸਰੂਪ ਹੀਰਿਆਂ ਲਾਲਾਂ ਵਰਗਾ ਹੈ। ਪਰ ਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਨੇ ਪਰਖਿਆ ਹੈ ਅਤੇ ਹੋਰਨਾਂ ਨੂੰ ਪਰਖਾਇਆ ਹੈ, ਉਹ ਗੁਰਮੁਖ ਨੇ। ਜਿਨ ਸੱਚ ਪੱਲਾ ਸੱਚ ਵਖਾਣਾ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਅੰਦਰ ਸੱਚ ਹੈ, ਪਰਮੇਸ਼ਰ ਦਾ ਨਾਮ, ਉਹ ਹਮੇਸ਼ਾ ਸੱਚ ਵਿਖਾਣਾ, ਸੱਚ ਹੀ ਬੋਲਦੇ ਹਨ। ਸੱਚ ਕਸਵੱਟੀ ਲਾਵਣਿਆ, ਅਤੇ ਹਰ ਚੀਜ਼ ਨੂੰ ਸੱਚ ਦੀ ਕਸਵੱਟੀ ਲਾ ਕੇ ਪਰਖਦੇ ਹਨ ਉਹ ਗੁਰਮੁਖ ਪਿਆਰੇ। ਉਹਨਾਂ ਕੋਲ ਸੱਚ ਰੂਪ ਕਸਵੱਟੀ ਹੈ।
ਉਹਦੇ ਰਾਹੀਂ ਉਹ ਪਰਖ ਲੈਂਦੇ ਆ ਕਿ ਕਿਆ ਸਹੀ ਹੈ ਕਿਆ ਗਲਤ ਹੈ। ਇਸ ਕਰਕੇ ਫਿਰ ਕਸਵੱਟੀ ਤੇ ਲਾ ਕੇ ਪਰਖ ਕੇ ਤੇ ਜੋ ਸ਼ੁਭ ਗੁਣ ਹਨ ਪਰਮੇਸ਼ਰ ਨਾਲ ਮਿਲਾਉਣ ਵਾਲੇ ਉਹਨਾਂ ਨੂੰ ਧਾਰਨ ਕਰਦੇ ਹਨ, ਜਿਹੜੇ ਖੋਟੇ ਔਗਣ ਹਨ ਉਹਨਾਂ ਨੂੰ ਉਹ ਬਾਹਰ ਕੱਢ ਦਿੰਦੇ। ਹਉ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ। ਸਤਿਗੁਰੂ ਕਹਿੰਦੇ ਨੇ ਕਿ ਹਉ ਵਾਰੀ, ਮੈਂ ਆਪਣੀ ਹਉਮੈ ਨੂੰ ਵਾਰ ਦਿਆਂ, ਕੁਰਬਾਨ ਕਰਦਿਆਂ ਉਹਨਾਂ ਦੇ ਅੱਗੇ, ਭਾਵ ਨਿਮਰਤਾ ਧਾਰ ਕੇ ਉਹਨਾਂ ਦੇ ਚਰਨਾਂ 'ਚ ਬਹਿ ਜਾਵਾਂ। ਜੀਓ ਵਾਰੀ, ਆਪਣੀ ਜਿੰਦ ਵੀ ਮੈਂ ਵਾਰ ਦਿਆਂ। ਕਿਹਨਾਂ ਤੋਂ ਜੀ? ਗੁਰ ਕੀ ਬਾਣੀ ਮਨ ਵਸਾ ਬਣਿਆ। ਜਿਹੜੇ ਸਤਿਗੁਰਾਂ ਦੀ ਬਾਣੀ ਨੂੰ ਮਨ ਵਿੱਚ ਮੰਨ ਲੈਂਦੇ ਨੇ, ਪਹਿਲਾਂ ਸੁਣਿਆ ਗੁਰੂ ਕੀ ਬਾਣੀ ਨੂੰ, ਫਿਰ ਮਨ ਪਤੀਜ ਗਿਆ, ਮੰਨ ਲਿਆ ਤੇ ਮਨ 'ਚ ਮੰਨ ਕੇ ਵਸਾ ਲਿਆ ਜਿਨ੍ਹਾਂ ਨੇ ਅੰਦਰ, ਉਹਨਾਂ ਤੋਂ ਮੈਂ ਵਾਰਨੇ ਫੇਰਨੇ ਸਦਕੇ ਜਾਂਦਾ ਹਾਂ। ਅੰਜਨ ਮਾਹੇ ਨਿਰੰਜਨ ਪਾਇਆ। ਅੰਜਨ ਇਹ ਸੰਸਾਰ ਹੈ। ਅੰਜਨ ਦਾ ਅਰਥ ਅਸਲ ਵਿੱਚ ਸੁਰਮਾ, ਕਾਲਖ। ਤੇ ਇਹ ਸੰਸਾਰ ਜਿਹੜਾ ਹੈ ਇਹ ਕਾਲਖ ਰੂਪ ਹੈ। ਅੰਜਨ ਮਾਇਆ ਜਿਹੜੀ ਹੈ, ਸੁਰਮਾ ਜਿਹੜੀ ਮਾਇਆ ਨਾ, ਇਹਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਨੂੰ ਨਾ ਪਾ ਲਿਆ। ਮਾਇਆ ਦੇ ਵਿੱਚ ਰਹਿ ਕੇ ਤੇ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਪਰਮਾਤਮਾ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਹੈ। ਜੋਤੀ ਜੋਤ ਮਿਲਾਵਣਿਆ, ਉਹ ਜੋ ਜੋਤੀ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਉਸ ਦੇ ਵਿੱਚ ਆਪਣੀ ਜਿਹੜੀ ਜੋਤ ਹੈ ਨਾ, ਆਪਾ ਆਤਮਾ, ਇਹ ਉਹਨਾਂ ਨੇ ਮਿਲਾਤੀ ਹੈ ਵਾਹਿਗੁਰੂ ਦੇ ਅੰਦਰ। ਉਹਨਾਂ ਤੋਂ ਬਲਿਹਾਰ ਜਾਈਏ। ਰਹਾਓ ਸ਼ਬਦ ਦਾ ਮੂਲ ਭਾਵ ਦੱਸ ਕੇ ਸਤਿਗੁਰੂ ਮਹਾਰਾਜ ਅੱਗੇ ਹੋਰ ਖੁਲਾਸਾ ਕਰਦੇ ਹਨ। ਇਸ ਕਾਇਆ ਅੰਦਰ ਬਹੁਤ ਪਸਾਰਾ। ਹਜ਼ੂਰ ਕਹਿੰਦੇ ਇਹ ਜਿਹੜੀ ਸਾਨੂੰ ਕਾਇਆ ਮਨੁੱਖਾ ਦੇਹੀ ਪਰਮੇਸ਼ਰ ਨੇ ਬਖਸ਼ੀ ਹੈ, ਇਹਦੇ ਅੰਦਰ ਬਹੁਤ ਜ਼ਿਆਦਾ ਪਸਾਰਾ ਹੈ, ਬਹੁਤ ਕੁਝ ਪਸਰਿਆ ਹੋਇਆ ਇਸ ਕਾਇਆ ਦੇ ਅੰਦਰ। ਜਿੱਥੇ ਹੋਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ ਵਾਸ਼ਨਾ ਔਰ ਇਸੇ ਪ੍ਰਕਾਰ ਈਰਖਾ ਦੁਈ ਦਵੈਤ ਵੈਰ ਭਾਵ, ਇਹ ਸਾਰਾ ਕੁਝ ਅੰਦਰ ਵਸਿਆ ਹੋਇਆ ਹੈ। ਨਾਮ ਨਿਰੰਜਨ ਅਤਗਮਾ ਪਾਰਾ। ਇਸ ਕਾਇਆ ਦੇ ਅੰਦਰ ਹੀ ਗੁਪਤ ਰੂਪ ਵਿੱਚ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਅਕਾਲ ਪੁਰਖ ਜੋ ਅਤਿਅੰਤ ਹੀ ਅਗਮ ਅਪਹੁੰਚ ਹੈ, ਅਪਾਰਾ ਬੇਅੰਤ ਹੈ, ਉਸ ਵਾਹਿਗੁਰੂ ਦਾ ਨਾਮ ਵੀ ਇਸ ਹਿਰਦੇ ਅੰਦਰ ਹੀ ਹੈ। ਸੋ ਇਸ ਪ੍ਰਕਾਰ ਨਾਮ ਕਿਧਰ ਬਾਹਰ ਨਹੀਂ, ਪਰ ਜਿਵੇਂ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਪਾਇਆ, ਜਿਉ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ, ਗੁਰਮੁਖ ਵਿਰਲੇ ਸੋਝੀ ਪਈ ਤਨ ਅੰਦਰ ਬ੍ਰਹਮ ਦਿਖਾਇਆ। ਇਸ ਪ੍ਰਕਾਰ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਮੋਹ ਲੋਭ ਅਹੰਕਾਰਾ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੈ ਪੁਕਾਰਾ। ਉਹ ਅੰਮ੍ਰਿਤ ਕਿਹਾ ਹੈ ਪਰਮੇਸ਼ਰ ਦਾ ਨਾਮ। ਇਸ ਦੇਹੀ ਅੰਦਰ ਜਿਹੜੇ ਪੰਜ ਚੋਰ ਵਸ ਰਹੇ ਨੇ, ਕਹਿੰਦੇ ਤੇਰਾ ਅੰਮ੍ਰਿਤ ਲੁੱਟ ਰਹੇ ਹੈ, ਮਨਮੁਖਤਾਈ ਕਰਕੇ ਜੀਵ ਬੁੱਝਦਾ ਨਹੀਂ ਹੈ। ਸੋ ਇਸ ਪ੍ਰਕਾਰ ਨਾਮ ਨਿਰੰਜਨ ਵੀ ਇਸ ਕਾਇਆ ਦੇ ਅੰਦਰ ਹੀ ਹੈ। ਗੁਰਮੁਖ ਹੋਵੈ ਸੋਈ ਪਾਏ। ਮਨਮੁਖਤਾਈ ਕਰਕੇ ਉਹ ਨਾਮ ਜਿਹੜਾ ਅੰਮ੍ਰਿਤ ਅੰਦਰੋਂ ਲੱਭਦਾ ਨਹੀਂ ਹੈ, ਜੋ ਗੁਰਾਂ ਦੇ ਸਨਮੁਖ ਹੋ ਜਾਂਦਾ ਹੈ ਉਹੀ ਜੀਵ ਪ੍ਰਾਪਤ ਕਰਦਾ। ਆਪੇ ਬਖਸ਼ ਮਿਲਾਵਣਿਆ। ਫਿਰ ਜਿਹੜੇ ਐਸੇ ਹਨ ਉਹਨਾਂ ਨੂੰ ਪਰਮੇਸ਼ਰ ਆਪ ਹੀ ਬਖਸ਼ ਕੇ ਪਿਛਲੇ ਸਾਰੇ ਗੁਨਾਹ ਖਤੇ ਔਗਣ ਪਾਪ ਦੋਸ਼ ਮੈਲਾਂ ਸਾਰਾ ਕੁਝ ਬਖਸ਼ ਕੇ ਮਿਲਾਉਣ ਵਾਲਾ ਆਪਣੇ ਨਾਲ। ਜਿਹਨੂੰ ਮਿਲਾਉਣਾ ਚਾਹੁੰਦਾ ਉਹਨੂੰ ਗੁਰੂ ਦੇ ਸਨਮੁਖ ਕਰ ਦਿੰਦਾ ਤੇ ਗੁਰਾਂ ਦੇ ਸਨਮੁਖ ਹੋ ਕੇ ਉਸ ਨਾਮ ਨਿਰੰਜਨ ਨੂੰ ਪ੍ਰਾਪਤ ਕਰ ਲੈਂਦਾ। ਇੰਜ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ। ਮੇਰਾ ਠਾਕੁਰ ਸੱਚ ਦ੍ਰਿੜਾਏ। ਮੇਰਾ ਜੋ ਠਾਕੁਰ ਪ੍ਰਤਪਾਲਕ ਮਾਲਕ ਵਾਹਿਗੁਰੂ ਹੈ, ਉਹੀ ਆਪਣਾ ਸੱਚਾ ਨਾਮ ਦ੍ਰਿੜ ਕਰਾਉਂਦਾ ਹੈ। ਗੁਰ ਪ੍ਰਸਾਦੀ ਸੱਚ ਚਿਤ ਲਾਏ। ਜਿਸ ਉੱਪਰ ਤੁੱਠਦਾ ਹੈ ਉਹ ਗੁਰੂ ਦੇ ਨਾਲ ਮਿਲ ਕੇ ਗੁਰੂ ਦੀ ਪ੍ਰਸਾਦੀ ਕਿਰਪਾ ਦੁਆਰਾ ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ 'ਚ ਆਪਣਾ ਚਿੱਤ ਲਾ ਲੈਂਦਾ ਹੈ। ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਉਹਨੂੰ ਫਿਰ ਨਿਸ਼ਚਾ ਹੋ ਜਾਂਦਾ ਹੈ ਕਿ ਸੱਚ ਸਰੂਪ ਸੱਚੋ ਸੱਚ ਜੋ ਅਕਾਲ ਪੁਰਖ ਹੈ, ਪਿੱਛੇ ਵੀ ਸੱਚ ਸੀ ਹੁਣ ਵੀ ਸੱਚ ਹੈ। ਸੋ ਐਸਾ ਜੋ ਵਾਹਿਗੁਰੂ ਸਭਨਾ ਥਾਵਾਂ 'ਤੇ ਉਹ ਸੱਚ ਸਰੂਪ ਹੀ ਵਰਤ ਰਿਹਾ ਹੈ। ਇਸ ਕਰਕੇ ਸੱਚੇ ਨਾਲ ਜੁੜ ਕੇ ਸੱਚੇ ਨਾਮ ਦੁਆਰਾ ਉਹ ਵਾਹਿਗੁਰੂ ਵਿੱਚ ਹੀ ਸਮਾ ਜਾਂਦਾ ਹੈ। ਵੇ ਪ੍ਰਵਾਹ ਸੱਚ ਮੇਰਾ ਪਿਆਰਾ। ਮੇਰਾ ਪਿਆਰਾ ਅਕਾਲ ਪੁਰਖ ਜੋ ਵਾਹਿਗੁਰੂ ਹੈ ਉਹ ਸੱਚ ਸਰੂਪ ਹੈ ਤੇ ਉਹ ਵੇ ਪ੍ਰਵਾਹ ਹੈ। ਉਹਨੂੰ ਕਿਸੇ ਦੀ ਕਾਣ ਕਣੌੜ ਮੁਥਾਜੀ ਨਹੀਂ ਹੈ, ਕਿਸੇ ਦੀ ਅਧੀਨਗੀ ਨਹੀਂ ਹੈ ਉਸ ਪਰਮਾਤਮਾ ਨੂੰ। ਕਿਲ ਵਿਖ ਅਵਗਣ ਕਾਟਣ ਹਾਰਾ। ਉਹ ਆਪਣੇ ਪਿਆਰਿਆਂ ਦੇ ਸ਼ਰਨ ਪੈਣ ਵਾਲਿਆਂ ਦੇ
ਉਸ ਦੇ ਚਰਨਾਂ ਨਾਲ ਜੁੜਨ ਵਾਲਿਆਂ ਦੇ ਸਾਰੇ ਕਿਲੇਖ ਬੱਜਰ ਪਾਪ ਅਵਗੁਣ ਸਭ ਕੁਝ ਕੱਟਣ ਵਾਲਾ ਹੈ। ਪ੍ਰੇਮ ਪ੍ਰੀਤ ਸਦਾ ਧਿਆਈ ਹੈ। ਐਸੇ ਵਾਹਿਗੁਰੂ ਨੂੰ ਮੈਂ ਤੋਂ ਪਰੇ ਹੋ ਕੇ ਸੱਚਾ ਪ੍ਰੇਮ ਧਾਰਨ ਕਰਕੇ ਪ੍ਰੀਤ ਦੇ ਸਹਿਤ ਹੋ ਕੇ ਸਦਾ ਸਦਾ ਵਾਸਤੇ ਧਿਆਉਣਾ ਚਾਹੀਦਾ, ਸਿਮਰਨਾ ਚਾਹੀਦਾ। ਭੈ ਭਾਏ ਭਗਤ ਦ੍ਰਿੜਾ ਬਣਿਆ। ਸੋ ਇਸ ਤਰ੍ਹਾਂ ਉਸ ਵਾਹਿਗੁਰੂ ਦੇ ਭੈ ਉਜਲ ਭੈ ਅੰਦਰ ਤੇ ਭਾਏ ਪ੍ਰੇਮ ਵਿੱਚ ਆ ਕੇ ਭਗਤੀ ਦ੍ਰਿੜ ਕਰਨੀ ਚਾਹੀਦੀ ਹੈ। ਤੇ ਪਰਮੇਸ਼ਰ ਅਕਾਲ ਪੁਰਖ ਆਪ ਭਗਤੀ ਦ੍ਰਿੜ ਕਰਾਉਣ ਵਾਲਾ, ਤੇ ਜਿਹੜੇ ਉਹਦੇ ਭੈ ਭਾਵਨੀ ਅੰਦਰ ਆ ਗਿਆ ਭਗਤੀ ਦ੍ਰਿੜ ਕਰਦੇ ਹੋਰਨਾਂ ਨੂੰ ਦ੍ਰਿੜ ਕਰਾ ਦਿੰਦੇ ਆ। ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ। ਦੋ ਤਰ੍ਹਾਂ ਦਾ ਅਰਥ ਕੀਤਾ ਇਸ ਪੰਕਤੀ ਦਾ ਕਿ ਭਗਤਾ ਤੇਰੀ ਭਗਤੀ ਸੱਚੀ ਤਾਂ ਹੀ ਹੈ ਜੇ ਸੱਚੇ ਪਰਮੇਸ਼ਰ ਨੂੰ ਭਾ ਜਾਂਦੀ ਹੈ। ਤਾਂ ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ। ਸੱਚੇ ਵਾਹਿਗੁਰੂ ਅਕਾਲ ਪੁਰਖ ਜੀ ਜੇ ਤੁਹਾਨੂੰ ਭਾਉਂਦੀ ਹੈ ਤਾਂ ਤੁਹਾਡੀ ਕੀਤੀ ਭਗਤੀ ਸੱਚੀ ਹੈ। ਆਪੇ ਦੇ ਨਾ ਪਛੋਤਾਵੈ। ਵਾਹਿਗੁਰੂ ਪਰਮਾਤਮਾ ਆਪ ਹੀ ਆਪਣੇ ਪਿਆਰਿਆਂ ਨੂੰ ਆਪਣੀ ਭਗਤੀ ਜਾਂ ਹੋਰ ਦਾਤਾਂ ਦਿੰਦਾ ਤੇ ਦੇ ਕੇ ਪਛਤਾਪ ਨਹੀਂ ਕਰਦਾ। ਪਛਤਾਉਂਦਾ ਨਹੀਂ ਵੀ ਮੈਂ ਕਿਸੇ ਨੂੰ ਕੁਝ ਕਿਉਂ ਦਿੱਤਾ, ਇੰਜ ਪਛਤਾਵਾ ਨਹੀਂ ਕਰਦਾ। ਸਭਨਾ ਜੀਆਂ ਕਾ ਇੱਕੋ ਦਾਤਾ, ਔਰ ਕਿਸੇ 1 2 4 5 7 ਜਾਣਿਆਂ ਨੂੰ ਦਾਤਾ ਨਹੀਂ ਦਿੰਦਾ। ਸਾਰੇ ਜਿੰਨੇ ਜੀਵ ਵੱਡੇ ਛੋਟੇ ਪੈਦਾ ਕੀਤੇ ਹੈ ਸਭਨਾ ਜੀਆਂ ਦਾ ਇੱਕ ਹੀ ਦਾਤਾ ਹੈ ਵਾਹਿਗੁਰੂ। ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਲੈ ਕੇ ਇੱਕ ਹੀ ਦਾਤਾ ਚੱਲਿਆ ਆ ਰਿਹਾ। ਹੁਣ ਵੀ ਕੋਈ ਆਉਣ ਵਾਲੇ ਸਮੇਂ 'ਚ ਵੀ ਇੱਕ ਹੀ ਹੋਵੇਗਾ। ਸ਼ਬਦੇ ਮਾਰ ਜੀਵਾਵਣਿਆ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਨਾਲ ਉਹ ਜੋੜ ਦਿੰਦਾ ਹੈ ਤੇ ਸ਼ਬਦ ਦੁਆਰਾ ਮਾਰ ਕੇ ਜੀਵਤ ਭਾਵ ਤੋਂ ਹੰਕਾਰ ਵੱਲੋਂ ਆਤਮਿਕ ਜੀਵਨ ਵਿੱਚ ਜਿਵਾਉਣ ਵਾਲਾ ਹੈ ਪਰਮੇਸ਼ਰ। ਆਤਮਿਕ ਜ਼ਿੰਦਗੀ ਦੇਣ ਵਾਲਾ ਹੈ। ਹਰ ਤੁਧ ਬਾਝੋਂ ਮੈਂ ਕੋਈ ਨਾਹੀਂ। ਵਾਹਿਗੁਰੂ ਦੇ ਸਨਮੁਖ ਬੇਨਤੀ ਹੈ, ਹੇ ਹਰੀ ਤੁਹਾਡੇ ਤੋਂ ਬਾਝੋਂ ਬਗੈਰ ਮੇਰਾ ਹੋਰ ਕੋਈ ਵੀ ਨਹੀਂ ਹੈ। ਹਰ ਤੁਧੈ ਸੇਵੀ ਤੈ ਤੁਧ ਸਲਾਹੀ। ਇਸ ਕਰਕੇ ਹਰੀ ਮੈਂ ਤੁਹਾਡਾ ਹੀ ਸਿਮਰਨ ਕਰਦਾ ਹਾਂ ਤੇ ਮੈਂ ਤੁਹਾਨੂੰ ਹੀ ਸਲਾਹੁਣਾ ਹੈ ਸੱਚੇ ਪਾਤਸ਼ਾਹ। ਆਪੇ ਮੇਲ ਲੈ ਹੋ ਪ੍ਰਭ ਸਾਚੇ। ਹੇ ਸੱਚੇ ਅਕਾਲ ਪੁਰਖ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਪ੍ਰਭੂ ਮਾਲਕ ਜੀ, ਆਪ ਹੀ ਬਖਸ਼ਿਸ਼ ਕਰਕੇ ਤੁਸੀਂ ਮੈਨੂੰ ਮਿਲਣ ਵਾਲੇ ਹੋ। ਪੂਰਾ ਕਰਮ ਤੂੰ ਪਾਵਣਿਆ। ਤੁਹਾਨੂੰ ਉਂਝ ਨਹੀਂ ਪ੍ਰਾਪਤ ਕੀਤਾ ਜਾਂਦਾ। ਜਦੋਂ ਤੁਹਾਡਾ ਪੂਰਨ ਕਰਮ ਪੂਰਨ ਬਖਸ਼ਿਸ਼ ਕਿਸੇ ਤੇ ਹੁੰਦੀ ਹੈ ਤਾਂ ਹੀ ਤੁਹਾਨੂੰ ਕੋਈ ਪ੍ਰਾਪਤ ਕਰਦਾ ਸੱਚੇ ਪਾਤਸ਼ਾਹ। ਮੈਂ ਹੋਰ ਨਾ ਕੋਈ ਤੁਧੈ ਜਿਹਾ। ਮੈਂ ਮੇਰਾ ਹੋਰ ਕੋਈ ਵੀ ਤੁਹਾਡੇ ਵਰਗਾ ਨਹੀਂ ਹੈ ਸੱਚੇ ਪਾਤਸ਼ਾਹ। ਮੇਰੇ ਤਾਈਂ ਹੋਰ ਕੋਈ ਵੀ ਤੁਹਾਡੇ ਵਰਗਾ ਨਜ਼ਰੀ ਨਹੀਂ ਆਉਂਦਾ। ਕੋਈ ਹੈ ਹੀ ਨਹੀਂ ਹੈ ਜੋ ਤੁਹਾਡੇ ਵਰਗਾ ਹੋਵੇ। ਤੇਰੀ ਨਦਰੀ ਸੀ ਜਿਸ ਦੇਹਾ। ਦੇਹਾ ਜਿਹੜਾ ਇਹ ਸਰੀਰ ਹੈ ਨਾ, ਜਿਹੜੀ ਦੇਹੀ ਹੈ, ਇਹ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਦੁਆਰਾ ਇਹ ਸੀਜਸ ਕਾਮਯਾਬ ਹੁੰਦੀ ਹੈ, ਮਤਲਬ ਸਫਲੀ ਹੁੰਦੀ ਹੈ। ਸਾਰਾ ਜੀਵਨ ਜਿਹੜਾ ਮਨੁੱਖਾ ਦੇਹੀ ਦਾ ਤੁਹਾਡੀ ਮਿਹਰ ਦੀ ਨਜ਼ਰ ਹੋਵੇ ਤਾਂ ਇਹ ਸਫਲਾ ਹੈ। ਅਨ ਦਿਨ ਸਾਰ ਸਮਾਲ ਹਰ ਰੱਖ ਹੈ, ਗੁਰਮੁਖ ਸਹਿਜ ਸਮਾਵਣਿਆ। ਸੋ ਇਸ ਤਰ੍ਹਾਂ ਜੋ ਗੁਰਮੁਖ ਪਿਆਰੇ ਹਨ ਰਾਤ ਦਿਨੇ ਵਾਹਿਗੁਰੂ ਦੀ ਸਾਰ ਖਬਰ ਰੱਖਦੇ ਨੇ, ਸਾਰ ਲੈਂਦੇ। ਸੰਭਾਲ ਹਰ ਰੱਖ ਹੈ, ਹਮੇਸ਼ਾ ਹੀ ਵਾਹਿਗੁਰੂ ਪਰਮਾਤਮਾ ਨੂੰ ਸੰਭਾਲ ਚੇਤੇ ਰੱਖਦੇ ਹਨ ਹਰੀ ਨੂੰ। ਤੇ ਇਸੇ ਪ੍ਰਕਾਰ ਇੰਜ ਵੀ ਅਰਥ ਹੈ ਕਿ ਵਾਹਿਗੁਰੂ ਰਾਤ ਦਿਨ ਸਾਰਿਆਂ ਜੀਆਂ ਦੀ ਸਾਰ ਖਬਰ ਲੈਂਦਾ ਤੇ ਸਾਰਿਆਂ ਦੀ ਸੰਭਾਲ ਕਰਦਾ, ਸਾਰਿਆਂ ਦੀ ਹੀ ਰੱਖਿਆ ਕਰਨ ਵਾਲੇ ਵਾਹਿਗੁਰੂ ਗੁਰਮੁਖ ਸਹਿਜ ਸਮਾਵਣਿਆ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦੇ ਨੇ ਉਹ ਸਹਿਜ ਗਿਆਨ ਵਿੱਚ ਸਮਾ ਜਾਂਦੇ ਹਨ, ਸਹਿਜ ਚੌਥੇ ਪਦ ਵਿੱਚ ਸਮਾ ਜਾਂਦੇ ਹੈ। ਮਾਨਸਿਕ ਅਡੋਲਤਾ ਦੁਆਰਾ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਤੁਧ ਜੇਵੜ ਮੈਂ ਹੋਰ ਨਾ ਕੋਈ। ਤੁਹਾਡੇ ਜਿੱਡਾ ਵੱਡਾ ਮੈਂ ਮੇਰਾ ਹੋਰ ਕੋਈ ਨਹੀਂ ਹੈ ਸੱਚੇ ਪਾਤਸ਼ਾਹ। ਮੈਨੂੰ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਤੁਧ ਆਪੇ ਸਿਰਜੀ ਆਪੇ ਗੋਈ। ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਸਿਰਜੀ ਰਚੀ ਹੈ, ਬਣਾਈ ਹੈ ਤੇ ਅੰਤ ਨੂੰ ਗੋਈ ਮੈਨੇ ਲੀਨ ਕੀਤੀ। ਲੀਨ ਕਰਨੀ, ਛਪਾਉਣੀ ਮਤਲਬ ਨਾਸ ਕੀਤੀ। ਆਪ ਹੀ ਸਾਰੀ ਸ੍ਰਿਸ਼ਟੀ ਨੂੰ ਅੰਤ ਨੂੰ ਨਾਸ ਕਰ ਦਿੰਦੇ ਹੋ। ਤੂੰ ਆਪੇ ਹੀ ਘੜ ਭੰਨ ਸਵਾਰ ਹੈ, ਨਾਨਕ ਨਾਮ ਸੁਹਾਵਣਿਆ। ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਘੜਨ ਵਾਲੇ ਹੋ ਸਾਰੀ ਸ੍ਰਿਸ਼ਟੀ ਨੂੰ, ਭੰਨਣ ਵਾਲੇ ਭਾਵ ਨਾਸ ਕਰਨ ਵਾਲੇ ਹੋ ਤੇ ਫਿਰ ਦੁਬਾਰਾ ਸਵਾਰਨ ਵਾਲੇ। ਆਪ ਹੀ ਘੜ ਕੇ ਸਵਾਰਨ ਵਾਲੇ ਹੋ, ਆਪ ਹੀ ਅੰਤ ਨੂੰ ਭੰਨਣ ਵਾਲੇ ਹੋ। ਨਾਨਕ ਨਾਮ ਸੁਹਾਵਣਿਆ। ਹਜ਼ੂਰ ਕਹਿੰਦੇ ਨੇ ਗੁਰੂ ਅਮਰਦਾਸ ਕਿ ਜਿਹੜੇ ਤੁਹਾਡੇ ਨਾਮ ਨਾਲ ਜੁੜੇ ਨੇ
ਉਹਨਾਂ ਦਾ ਅੰਦਰ ਸੋਹਣਾ ਬਣ ਜਾਂਦਾ। ਨਾਮ ਦੁਆਰਾ ਸੋਹਣੇ ਜੀਵਨ ਵਾਲੇ ਬਣਦੇ, ਸੁਹਾਵਣਿਆਂ ਸੋਭਨੀਕ ਬਣ ਗਏ ਹਨ ਜਿਹੜੇ ਵੀ ਤੁਹਾਡੇ ਨਾਮ ਨਾਲ ਜੁੜੇ ਹਨ। ਮਾਝ ਮਹੱਲਾ ਤੀਜਾ। ਮਾਝ ਰਾਗ ਵਿੱਚ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਦੇ ਹਨ। ਸਭ ਘਟ ਆਪੇ ਭੋਗਣ ਹਾਰਾ। ਸਾਰੇ ਜਿਹੜੇ ਘਟ ਸਰੀਰ ਹਨ, ਇਹਨਾਂ ਸਰੀਰਾਂ 'ਚ ਹਿਰਦਿਆਂ 'ਚ ਬੈਠਾ ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਵਾਹਿਗੁਰੂ। ਉਂਝ ਤਾਂ ਵਾਹਿਗੁਰੂ ਜੀ ਅਭੋਗੀ ਅਭੁਗਤੇ ਹਨ, ਭਾਵ ਪਰਮੇਸ਼ਰ ਨੂੰ ਤਾਂ ਕੋਈ ਭੁੱਖ ਨਹੀਂ ਹੈ ਅਤੇ ਨਾ ਕੋਈ ਰਸ ਹੈ ਪਦਾਰਥਾਂ ਦਾ, ਉਹ ਤਾਂ ਬਹੁਤ ਉੱਚੇ ਰਸ ਦਾ ਰੂਪ ਹੈ। ਪਰ ਕਿਉਂਕਿ ਜੋਤ ਸਾਰਿਆਂ ਦੇ ਅੰਦਰ ਹੈ, ਜੀਆਂ ਦੇ ਅੰਦਰ, ਅਤੇ ਇਸ ਕਰਕੇ ਜਿਹੜੇ ਮਨ ਹਨ ਰਸ ਲੈ ਰਹੇ, ਮਨ ਨੂੰ ਫਿਰ ਪਰਮੇਸ਼ਰ ਹੀ ਲੈ ਰਿਹਾ। ਉਸ ਦੀ ਜੋਤ ਤੋਂ ਬਗੈਰ ਤਾਂ ਮਨ, ਇੰਦਰੇ, ਸਰੀਰ ਰਸ ਲੈ ਹੀ ਨਹੀਂ ਸਕਦੇ, ਕੋਈ ਪਦਾਰਥ ਭੋਗ ਹੀ ਨਹੀਂ ਸਕਦੇ। ਵਾਹਿਗੁਰੂ ਦੀ ਜੋਤ ਵਿੱਚ ਹੋਣ ਕਰਕੇ ਕਹਿੰਦੇ ਆ ਕਿ ਸਾਰਿਆਂ ਘਟਾਂ ਸਰੀਰਾਂ 'ਚ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਭੋਗਣ ਵਾਲੇ ਹੋ ਪਦਾਰਥਾਂ ਨੂੰ। ਅਲਖ ਵਰਤੈ ਅਗਮ ਅਪਾਰਾ। ਅਲਖ ਦਾ ਮਤਲਬ ਹੈ ਜੋ ਲਖਿਆ ਨਾ ਜਾਂਦਾ, ਅਦ੍ਰਿਸ਼ਟ ਹੈ। ਸੋ ਅਗਮ ਅਪਹੁੰਚ ਹੈ, ਅਪਾਰਾ ਜਿਹਦੇ ਗੁਣਾਂ ਦਾ ਪਾਰ ਨਹੀਂ ਪਾਇਆ ਜਾਂਦਾ, ਜਿਸ ਦੀਆਂ ਸ਼ਕਤੀਆਂ ਦਾ ਪਾਰ ਨਹੀਂ ਪਾਇਆ ਜਾਂਦਾ, ਪਾਰਾਵਾਰ ਤੋਂ ਰਹਿਤ ਬੇਅੰਤ, ਉਹ ਵਾਹਿਗੁਰੂ ਹੀ ਵਰਤ ਰਿਹਾ ਸਾਰੀ ਕੁਦਰਤ ਦੇ ਅੰਦਰ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ। ਫਿਰ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਕੇ, ਕਿਉਂਕਿ ਸ਼ਬਦ ਵਿੱਚੋਂ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ। ਗੁਰੂ ਦੇ ਸ਼ਬਦ ਦੁਆਰਾ ਉਹ ਜੋ ਮੇਰਾ ਹਰੀ ਪ੍ਰਭੂ ਹੈ ਨਾ, ਉਹਦਾ ਧਿਆਨ ਧਰਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ, ਭਾਵ ਗੁਰੂ ਕੀ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ। ਸਹਿਜੇ ਸੱਚ ਸੁਮਾਵਣਿਆ, ਅਤੇ ਫਿਰ ਸਹਿਜੇ ਸੁਤੇ ਹੀ ਸੱਚ ਸਰੂਪ ਪਰਮੇਸ਼ਰ ਵਿੱਚ ਸਮਾ ਜਾਈਦਾ। ਸਹਿਜੇ ਮਾਨਸਿਕ ਡੋਲਤਾ, ਸਹਿਜੇ ਚੌਥਾ ਪਦ, ਸਹਿਜੇ ਤੁਰੀਆ ਪਦ, ਸਹਿਜੇ ਗਿਆਨ ਅਵਸਥਾ। ਗਿਆਨ 'ਚ ਪਹੁੰਚ ਕੇ ਨਾ ਆਤਮ ਗਿਆਨੀ ਬਣ ਕੇ ਸੱਚ ਸਰੂਪ ਪਰਮੇਸ਼ਰ ਵਿੱਚ ਹੀ ਸਮਾਉਣਾ ਹੁੰਦਾ। ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ। ਹਜ਼ੂਰ ਕਹਿੰਦੇ ਨੇ ਮੈਂ ਆਪਣੀ ਹਉਮੈ ਵਾਰ ਦਿਆਂ, ਆਪਣਾ ਆਪ ਕੁਰਬਾਨ ਕਰਦਿਆਂ, ਆਪਣੀ ਜਿੰਦ ਵਾਰ ਦਿਆਂ ਉਹਨਾਂ ਤੋਂ ਜੋ ਗੁਰੂ ਦੇ ਸ਼ਬਦ ਨੂੰ ਮੰਨ ਕੇ ਮਨ ਅੰਦਰ ਤੇ ਵਸਾ ਲੈਂਦੇ ਹਨ। ਪਹਿਲਾਂ ਗੁਰੂ ਦਾ ਸ਼ਬਦ ਜਿਹੜਾ ਹੈ ਸੁਣਿਆ ਜਾਂਦਾ, ਫਿਰ ਮੰਨਿਆ ਜਾਂਦਾ, ਫਿਰ ਨਿਧਿਆਸਣ ਵਸਾਉਣਾ ਹਿਰਦੇ ਅੰਦਰ, ਉਹਦੇ ਅਨੁਸਾਰ ਹੀ ਜੀਵਨ ਢਾਲ ਲੈਂਦੇ ਨੇ। ਸ਼ਬਦ ਸੂਝੈ ਤਾਂ ਮਨ ਸਿਉ ਲੂਝੈ। ਜਿਹੜਾ ਸ਼ਬਦ ਦੀ ਸੂਝ ਗਿਆਨ ਪ੍ਰਾਪਤ ਕਰਦਾ ਨਾ, ਗਿਆਤ, ਜਿਹੜਾ ਸ਼ਬਦ ਦੀ ਮਹਿਮਾ ਨੂੰ ਜਾਣ ਲੈਂਦਾ ਪਾ, ਤਾਂ ਮਨ ਸਿਉ ਲੂਝੈ। ਮਨ ਸਿਉ ਜੂਝ ਮਰੈ ਪ੍ਰਭ ਪਾਏ। ਜੋ ਜਨ ਲੂਝੈ ਮਨੈ ਸਿਉ ਸਿਰ ਪੂਰੇ ਪ੍ਰਧਾਨਾ। ਸੋ ਇਸ ਪ੍ਰਕਾਰ ਹੋਰਨਾਂ ਨਾਲ ਤਾਂ ਲੜਿਆ ਜਾਂਦਾ, ਪਰ ਮਨ ਦੇ ਨਾਲ ਕੋਈ ਵਿਰਲਾ ਹੀ ਲੜਦਾ। ਸੋ ਇਸ ਪ੍ਰਕਾਰ ਜਿਹੜਾ ਮਨ ਦੇ ਨਾਲ ਲੁੱਝਦਾ ਹੈ, ਸੋ ਲੂਝ ਦਾ ਮਤਲਬ ਵੀ ਲੜਦਾ ਹੈ, ਜੋ ਮਨ ਦਾ ਟਾਕਰਾ ਕਰਦਾ, ਮਨ ਨੂੰ ਸੁਧਾਰਦਾ ਹੈ। ਮਨਸਾ ਮਾਰ ਸਮਾਵਣਿਆ। ਮਨਸਾ ਵਾਸ਼ਨਾ ਜਿਹੜੀ ਖਿਨ ਖਿਨ ਕਾਲ 'ਚ ਬੁੱਧੀ ਅੰਦਰ ਵਾਪਰਦੀ ਹੈ, ਆਉਂਦੀ ਹੈ, ਇੱਛਾ ਵਾਸ਼ਨਾ ਕਾਮਨਾ। ਸੋ ਇਸ ਪ੍ਰਕਾਰ ਮਨਸਾ ਨੂੰ ਮਾਰ ਕੇ ਤੇ ਵਾਹਿਗੁਰੂ ਵਿੱਚ ਹੀ ਸਮਾ ਜਾਂਦਾ, ਜੋ ਉਹਦੇ ਤੋਂ ਵਾਰ ਨੇ ਬਲਿਹਾਰ ਕੁਰਬਾਨ ਸਦਕੇ ਜਾਈਏ। ਰਹਾਓ। ਸਤਿਗੁਰੂ ਜੀ ਸਨਾਭੀ ਟੀਕਾ ਕਰਕੇ ਅੱਗੇ ਬਚਨ ਫਰਮਾਉਂਦੇ ਨੇ, ਪੰਚ ਦੂਤ ਮੋਹ ਹੈ ਸੰਸਾਰਾ। ਮੋਹ ਸ਼ਬਦ ਬਣਿਆ ਮੁੱਸੇ ਤੋਂ, ਮੁੱਸਣਾ ਹੁੰਦਾ ਲੁੱਟਣਾ। ਪੰਜ ਜਿਹੜੇ ਦੂਤ ਨੇ, ਕਾਮ ਕ੍ਰੋਧ ਮੋਹ ਅਹੰਕਾਰ, ਸਾਰੇ ਸੰਸਾਰ ਨੂੰ ਲੁੱਟ ਰਹੇ ਨੇ। ਸ਼ੁਭ ਗੁਣਾ ਰੂਪੀ ਧਨ ਹਿਰਦਿਆਂ ਵਿੱਚੋਂ ਲੁੱਟੀ ਜਾ ਰਹੇ ਨੇ। ਮਨਮੁਖ ਅੰਧੇ ਸੁਧ ਨਾ ਸਾਰਾ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਅੰਨੇ ਜੀਵ ਹਨ, ਉਹਨਾਂ ਨੂੰ ਨਾ ਤਾਂ ਹੋਸ਼ ਹੈ ਅਤੇ ਨਾ ਸਾਰਾ ਖਬਰ ਹੀ ਹੈ। ਇਹ ਖਬਰ ਹੀ ਨਹੀਂ ਕਿ ਸਾਨੂੰ ਕੋਈ ਲੁੱਟ ਰਿਹਾ ਹੈ, ਅਤੇ ਨਾ ਸੁੱਧ ਗਿਆਤ ਹੀ ਇਹਨਾਂ ਪੰਜਾਂ ਵਿਕਾਰਾਂ ਦੀ ਵੀ ਕਿਵੇਂ ਲੁੱਟ ਰਹੇ ਨੇ। ਨਾ ਖਬਰ ਹੈ ਨਾ ਗਿਆਤ ਹੈ। ਅਕਲ ਮਤਲਬ ਸੁੱਧ ਦਾ ਅਰਥ ਅਕਲ ਵੀ ਹੈ, ਅਕਲੋਂ ਅੰਨੇ ਹਨ, ਅਤੇ ਇਸ ਪ੍ਰਕਾਰ ਸਾਰ ਖਬਰ ਹੀ ਨਹੀਂ ਉਹਨਾਂ ਨੂੰ ਵੀ ਇਹਨਾਂ ਵਿਕਾਰਾਂ ਨੂੰ ਕਿਵੇਂ ਅੰਦਰੋਂ ਮਾਰੀਏ, ਦੂਰ ਕਰੀਏ, ਤਾਂ ਲੁੱਟੀ ਜਾ ਰਹੇ ਆ, ਅਤੇ ਐਨ ਨਿਸਲ ਹੋ ਕੇ ਆਪਣਾ ਆਪ ਲੁਟਾਈ ਜਾ ਰਹੇ ਆ ਜੀ। ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਨਾ, ਗੁਰੂ ਦਾ ਅਨੁਸਾਰੀ ਹੋ ਕੇ, ਉਹ ਆਪਣਾ ਘਰ ਹਿਰਦਾ ਜਿਹੜਾ ਉਹ ਬਚਾ ਲੈਂਦਾ, ਆਪਣੇ ਘਰ ਨੂੰ ਇਹਨਾਂ ਪੰਜਾਂ ਦੂਤਾਂ ਤੋਂ ਬਚਾ ਲੈਂਦਾ, ਰੱਖਿਆ ਕਰ ਲੈਂਦਾ ਆਪਣੇ ਘਰ ਦੀ। ਸੋ ਇਸ ਪ੍ਰਕਾਰ ਆਪਣਾ ਘਰ ਮੂਸਤ ਰਾਖ ਨਾ ਸਕੈ, ਕਿ ਪਰ ਘਰ ਜੋ ਹਨ ਲਾਗਾ। ਮਹਾਰਾਜ ਸਿੱਖਿਆ ਦਿੰਦੇ ਆ ਵੀ ਆਪਣਾ ਘਰ ਤੋਂ ਲੁੱਟਿਆ ਜਾ ਰਿਹਾ ਜੋ, ਉਸ ਨੂੰ ਬਚਾ ਨਹੀਂ ਸਕਦਾ, ਅਤੇ ਹੋਰਨਾਂ ਘਰਾਂ ਵੱਲ ਕੀ ਤੜ ਤੜ ਵੇਖੀ ਜਾਂਦਾ।
ਪੰਚ ਦੂਤ ਸ਼ਬਦ ਪਚਾਵਣਿਆ। ਜੋ ਗੁਰਮੁਖ ਹੈ ਆਪਣਾ ਘਰ ਬਚਾ ਲੈਂਦਾ ਹੈ। ਤੇ ਪੰਜੇ ਜਿਹੜੇ ਦੂਤ ਹਨ ਨਾ, ਕਾਮ, ਕ੍ਰੋਧ, ਮੋਹ, ਅਹੰਕਾਰ, ਇਹਨਾਂ ਨੂੰ ਗੁਰੂ ਦੇ ਸ਼ਬਦ ਰਾਹੀਂ ਪਚਾਵਣਿਆਂ ਦਾ ਅਰਥ ਹੈ ਸਾੜ ਦਿੰਦਾ। ਸਾੜਨਾ ਮਤਲਬ ਨਾਸ ਕਰ ਦਿੰਦਾ ਹੈ। ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ। ਇੱਕ ਕੱਕੇ ਨੂੰ ਸਿਹਾਰੀ ਹੈ, ਮਤਲਬ ਬਹੁਵਚਨ। ਇੱਕ ਦਾ ਅਰਥ ਇੱਥੇ ਕਈ। ਕਈ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਚੱਲਣ ਵਾਲੇ ਗੁਰਮੁਖ ਨੇ, ਉਹ ਸਦਾ ਵਾਸਤੇ ਸੱਚ ਸਰੂਪ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਨੇ। ਸਹਿਜੇ ਪ੍ਰਭ ਸੇਵਹਿ ਅਨ ਦਿਨ ਮਾਤੇ। ਅਨ ਦਿਨ ਰਾਤ ਦਿਨ ਮਾਤੇ ਮਸਤ ਹੋਏ ਹੋਏ ਗੁਰੂ ਦੇ ਸ਼ਬਦ ਵਿੱਚ ਸਹਿਜੇ ਸੁਭਾਵਿਕ ਹੀ ਸਹਿਜੇ ਗਿਆਨ ਅਵਸਥਾ ਜਾ ਕੇ ਗਿਆਨ ਦੇ ਆਸਰੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਮਿਲ ਪ੍ਰੀਤਮ ਸੱਚੇ ਗੁਣ ਗਾਵਹਿ। ਜੋ ਪ੍ਰੀਤਮ ਪ੍ਰੀਤ ਕਰਨੇ ਯੋਗ ਹੈ ਨਾ, ਵਾਹਿਗੁਰੂ ਅਥਵਾ ਸਤਿਗੁਰੂ ਜੀ, ਉਹਨਾਂ ਸਤਿਗੁਰਾਂ ਨੂੰ ਮਿਲ ਕੇ, ਪ੍ਰੀਤਮ ਸਰੂਪ ਸਤਿਗੁਰਾਂ ਨੂੰ ਮਿਲ ਕੇ ਸੱਚੇ ਅਕਾਲ ਪੁਰਖ ਦੇ ਗੁਣਾਨਵਾਦ ਨੂੰ ਗਾਉਂਦੇ ਹਨ। ਹਰ ਦਰ ਸੋਭਾ ਪਾਵਣਿਆ। ਹਰੀ ਦੇ ਦਰ ਦਰਵਾਜ਼ੇ ਦਰਗਾਹ ਵਿੱਚ ਉਹ ਫਿਰ ਸੋਭਾ ਪ੍ਰਾਪਤ ਕਰਦੇ ਹਨ ਗੁਰਮੁਖ। ਏਕਮ ਏਕੈ ਆਪ ਉਪਾਇਆ। ਜਿਹੜਾ ਇੱਕੋ ਇੱਕ ਪਰਮੇਸ਼ਰ ਸੀ ਨਾ, ਪਹਿਲਾਂ ਵੀ ਸ੍ਰਿਸ਼ਟੀ ਸਾਜਣ ਤੋਂ ਤੇ ਹੁਣ ਵੀ ਇੱਕੋ ਹੀ ਪ੍ਰਮਾਤਮਾ ਹੈ। ਉਸ ਇੱਕੋ ਇੱਕ ਵਾਹਿਗੁਰੂ ਨੇ ਇਹ ਜਿਹੜਾ ਸੰਸਾਰ ਹੈ, ਇਹ ਮਾਨੋ ਆਪਣਾ ਰੂਪ ਹੀ ਉਪਾਇਆ ਪ੍ਰਗਟ ਕੀਤਾ ਹੈ। ਆਪਣੇ ਆਪ ਤੋਂ ਖੁਦ ਆਪ ਹੀ ਉਪਾਇਆ ਰਚਿਆ ਜਗਤ। ਦੁਬਿਧਾ ਦੂਜਾ ਤ੍ਰਿਬਿਧ ਮਾਇਆ। ਇੱਕ ਪਰਮੇਸ਼ਰ ਨੇ ਇੱਕ ਹੀ ਉਪਾਇਆ ਇਹ ਜਗਤ, ਤੇ ਇਹਦੇ ਵਿੱਚ ਦੂਜੀ ਜਿਹੜੀ ਕਿਹੜੀ ਹੈ, ਜਿਹੜਾ ਦੂਜਾ ਦੁਬਿਧਾ, ਸੋ ਮੇਰ ਤੇਰ ਪਾਤੀ ਹੈ। ਤ੍ਰਿਬਿਧ ਮਾਇਆ, ਤੇ ਮਾਇਆ ਦੀਆਂ ਤਿੰਨ ਵਿਧੀਆਂ, ਤਿੰਨ ਗੁਣ, ਰਜੋ ਤਮੋ ਸਤੋ ਗੁਣ, ਇਹ ਤੀਜੀ ਚੀਜ਼ ਹੈ। ਚੌਥੀ ਪੌੜੀ ਗੁਰਮੁਖ ਉੱਚੀ। ਇਹ ਤ੍ਰਿਬਿਧ ਮਾਇਆ 'ਚ ਤਿੰਨ ਗੁਣਾਂ ਵਾਲੀ ਜਿਹੜੀ ਮਾਇਆ, ਤਿੰਨ ਸੁਭਾਵਾਂ ਵਾਲੀ, ਰਜੋ ਤਮੋ ਸਤੋ ਗੁਣ, ਇਹ 'ਚ ਸੰਸਾਰ ਉਰਝਿਆ ਪਿਆ। ਪਰ ਜੋ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਨਾ, ਉਹਨੂੰ ਚੌਥੀ ਪੌੜੀ ਦਾ ਮਤਲਬ ਚੌਥਾ ਦਰਜਾ, ਚੌਥਾ ਟਿਕਾਣਾ ਉਹਦੇ ਪਾਸ ਹੈ। ਸੋ ਇਸ ਪ੍ਰਕਾਰ ਚੌਥਾ ਪਦ ਵੀ ਇਹਨੂੰ ਕਹਿ ਦਿੰਦੇ ਨੇ, ਤੁਰੀਆ ਪਦ ਵੀ ਕਹਿ ਦਿੰਦੇ। ਤੀਨ ਅਵਸਥਾ ਕਹਿ ਵਖਿਆਨ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਬ੍ਰਹਮ ਗਿਆਨ ਕਹਿ ਲਓ, ਤੁਰੀਆ ਅਵਸਥਾ ਕਹਿ ਲਓ, ਚੌਥਾ ਪਦ ਕਹਿ ਲਓ, ਇਹ ਕੋਈ ਅਰਥ ਹੈ। ਗੁਰਮੁਖ ਜਨਾਂ ਨੂੰ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ, ਚੌਥਾ ਪਦ। ਤਿੰਨਾਂ ਗੁਣਾਂ ਤੋਂ ਉੱਪਰ ਅਵਸਥਾ। ਆਏ ਹਰਖਨਾ ਗਏ ਸੋਗ। ਕੋਈ ਇੱਛਾ ਕਰਕੇ ਕੁਛ ਨਹੀਂ ਕਰਦੇ, ਇਸ ਕਰਕੇ ਹੰਗਤਾ ਜੀ ਹੁੰਦੀ ਅੰਦਰ। ਸੁਭਾਵਿਕ ਹੀ ਸਰੀਰਕ ਕਿਰਿਆ ਹੁੰਦੀ ਹੈ। ਤੇ ਇਸ ਤਰ੍ਹਾਂ ਸੱਚੋ ਸੱਚ ਕਮਾਵਣਿਆ। ਉਹਨਾਂ ਦੀ ਜਿਹੜੀ ਕਮਾਈ ਹੈ, ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ ਦੀ ਹੈ। ਹਮੇਸ਼ਾ ਸੱਚ ਹੀ ਸੱਚ ਨੂੰ ਕਮਾਉਣਾ ਹੈ ਗੁਰਮੁਖਾਂ ਨੇ। ਸਭ ਹੈ ਸੱਚਾ ਜੇ ਸੱਚੇ ਭਾਵ ਹੈ। ਮਹਾਰਾਜ ਕਹਿੰਦੇ ਨੇ, ਜਿਹੜਾ ਕੁਝ ਸੱਚੇ ਅਕਾਲ ਪੁਰਖ ਨੂੰ ਭਾਉਂਦਾ ਹੈ ਤਾਂ ਸਭ ਕੁਝ ਸੱਚਾ ਹੀ ਹੈ। ਸੱਚੇ ਅਕਾਲ ਪੁਰਖ ਨੂੰ ਭਾਇਆ ਤਾਂ ਜਗਤ ਰਚਿਆ, ਇਸ ਕਰਕੇ ਸਾਰੀ ਕਾਰ ਇਹ ਜਗਤ ਦੀ ਸੱਚੀ ਹੈ। ਜਿਨ ਸੱਚ ਜਾਤਾ ਸੋ ਸਹਿਜ ਸਮਾਵੈ। ਸੋ ਜਿਸ ਨੇ ਸੱਚ ਸਰੂਪ ਪਰਮੇਸ਼ਰ ਨੂੰ ਜਾਣ ਲਿਆ ਨਾ, ਇਸ ਸੰਸਾਰ ਦੇ ਵਿੱਚ ਵਸਦੇ ਹੋਏ ਨੂੰ, ਉਹ ਸਹਿਜ ਚੌਥੇ ਪਦ ਵਿੱਚ ਪਹੁੰਚ ਕੇ ਸਮਾ ਜਾਂਦਾ ਗਿਆਨ ਵਿੱਚ ਹੀ। ਗੁਰਮੁਖ ਕਰਨੀ ਸੱਚੇ ਸੇਵਾ ਹੈ। ਗੁਰਮੁਖ ਜਨਾਂ ਦੀ ਜਿਹੜੀ ਕਰਨੀ ਹੈ, ਉਹ ਇਹੋ ਹੀ ਕਾਰ ਕਮਾਉਂਦੇ ਆ ਕਿ ਸੱਚੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ। ਸੱਚੇ ਜਾਏ ਸਮਾਵਣਿਆ। ਤੇ ਫਿਰ ਅਖੀਰ ਨੂੰ ਜਾ ਕੇ ਸੱਚ ਸਰੂਪ ਪਰਮੇਸ਼ਰ ਜੋ ਸੱਚਖੰਡ ਵਸਿਆ ਨਿਰੰਕਾਰ ਸਰੂਪ ਹੈ, ਉਹਦੇ ਵਿੱਚ ਹੀ ਸਮਾ ਜਾਣਾ ਹੈ ਉਹਨਾਂ ਨੇ। ਸੱਚੇ ਬਾਝੋਂ ਕੋ ਅਵਰ ਨਾ ਦੂਆ। ਇਹ ਅਕਾਲ ਪੁਰਖ ਪਰਮੇਸ਼ਰ ਜੋ ਸੱਚ ਸਰੂਪ ਹੈ, ਉਸ ਤੋਂ ਬਾਝੋਂ ਬਗੈਰ ਬਿਨਾਂ ਕੋਈ ਅਵਰ ਹੋਰ ਨਾ ਦੂਜਾ ਕੋਈ ਵੀ ਨਹੀਂ ਹੈ। ਦੂਜਾ ਕੀ, ਦੂਜਾ ਲਾਗ ਜਗ ਖਪਖਾ ਮੂਆ। ਉਹਨੂੰ ਇੱਕ ਨੂੰ ਛੱਡ ਕੇ ਜੋ ਦੂਜਾ ਇਹ ਜਗਤ ਦਾ ਮੋਹ ਹੈ ਨਾ, ਇਹਦੇ 'ਚ ਲੱਗ ਕੇ ਸਾਰਾ ਜਗਤ ਹੀ ਖਪ ਕੇ ਮਰ ਗਿਆ। ਦੂਜੀ ਮਾਇਆ ਜਗਤ ਚਿਤ ਵਾਸ। ਇਹ ਦੂਜੀ ਮਾਇਆ ਹੈ ਜੜ, ਜਿਹੜੀ ਨਾਸ਼ਵੰਤ ਹੈ। ਪਰਮੇਸ਼ਰ ਦੀ ਚੇਤਨ ਸੱਤਾ ਤੋਂ ਬਗੈਰ ਤਾਂ ਕੁਛ ਵੀ ਨਹੀਂ ਹੈ। ਤੇ ਇਸ ਪ੍ਰਕਾਰ ਇਹ ਦੂਜੀ ਜੋ ਦਿਸ ਰਹੀ ਹੈ ਮਾਇਆ, ਇਹਦੇ 'ਚ ਲੱਗ ਕੇ ਸਾਰਾ ਜਗਤ ਖਪ ਕੇ ਮਰ ਚੁੱਕਾ ਹੈ, ਮਰ ਗਿਆ ਹੈ। ਭਾਵਾਤਮਕ ਮੌਤੇ ਮਰ ਗਿਆ। ਗੁਰਮੁਖ ਹੋਵੇ ਸੋ ਇੱਕੋ ਜਾਣੈ। ਜੋ ਗੁਰਮੁਖ ਹੁੰਦਾ ਹੈ, ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਹੈ, ਉਹ ਇੱਕ ਪਰਮੇਸ਼ਰ ਨੂੰ ਜਾਣਦਾ, ਬਾਕੀ ਇੱਕੋ ਵਸ ਕੇ ਦੁਤੀਆ ਨਾਸਤ। ਸੋ ਦੁਤੀਆ ਨਾਸਤ ਇੱਕ ਰਿਹਾ ਸਮਾਏ। ਜਿਹੜੀ ਦੂਜੀ ਚੀਜ਼ ਹੈ ਜੜ ਚੇਤਨ ਮਾਇਆ ਦਿਸ ਰਹੀ ਹੈ, ਇਹ ਉਹਦੀ ਬਿਰਤੀ 'ਚੋਂ ਨਾਸ ਹੋ ਜਾਂਦੀ ਹੈ, ਇੱਕ ਦੇ ਵਿੱਚ ਉਹ ਸਮਾ ਜਾਂਦਾ ਹੈ।
ਏਕੋ ਸੇਵ ਸੁਖ ਪਾਵਣਿਆ, ਇੱਕੋ ਵਾਹਿਗੁਰੂ ਦਾ ਸਿਮਰਨ ਕਰਕੇ ਉਸਨੇ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਜੀ ਜੰਤ ਸਭ ਸਰਨ ਤੁਮਾਰੀ, ਹੇ ਵਾਹਿਗੁਰੂ ਜੀ, ਵੱਡੇ ਜੀ ਜੰਤ ਛੋਟੇ ਸਾਰੇ ਸਭ ਦੇ ਸਭ ਮਹਾਰਾਜ ਤੁਹਾਡੀ ਸ਼ਰਨ ਵਿੱਚ ਹੀ ਨੇ। ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਆਪ ਹੀ ਪਰਮੇਸ਼ਰ ਚੌਪੜ ਦੀ ਸ਼ਤਰੰਜ ਦੀ ਬਾਜੀ ਵਿਛਾ ਕੇ ਤੇ ਫਿਰ ਜਿਹੜੀਆਂ ਨਰਦਾਂ ਕੱਚੀਆਂ ਪੱਕੀਆਂ ਵੇਖਦੇ ਹੋ ਵਾਹਿਗੁਰੂ ਜੀ ਵੇਖਦੇ ਹਨ। ਸੋ ਮਤਲਬ ਕਿਹੜੇ ਕੱਚੇ ਜੀਵ ਨੇ, ਕੱਚ ਦਾ ਵਪਾਰ ਕਰਨ ਵਾਲੇ, ਕਿਹੜੀਆਂ ਪੱਕੀਆਂ ਨਰਦਾਂ ਦੀ ਨਿਆਈ, ਪੱਕੇ ਰੱਬ ਦੇ ਸੰਤ ਨੇ। ਇਹ ਸਾਰੀ ਮੈਨੇ ਨਰਦਾਂ, ਇਹ ਜੀਆਂ ਰੂਪੀ ਨਰਦਾਂ ਨੂੰ ਆਪ ਹੀ ਪਰਮੇਸ਼ਰ ਵੇਖਦਾ ਹੈ। ਅਨ ਦਿਨ ਆਪੇ ਕਾਰ ਕਰਾਏ, ਇਹਨਾਂ ਜੀਆਂ ਦੇ ਵੀ ਕੀ ਵੱਸ ਹੈ, ਕਹਿੰਦੇ ਰਾਤ ਦਿਨ ਆਪ ਹੀ ਸਾਰੀ ਕਾਰ ਕਰਾਉਂਦਾ ਪਰਮੇਸ਼ਰ। ਤੇ ਆਪੇ ਮੇਲ ਮਿਲਾਵਣਿਆ, ਆਪ ਹੀ ਮੇਲ ਕੇ ਸੰਗਤ ਵਿੱਚ ਮੇਲ ਕੇ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਫਿਰ ਮਿਲਾਉਣ ਵਾਲਾ ਪਰਮੇਸ਼ਰ। ਤੂੰ ਆਪੇ ਮੇਲ ਹੈ ਵੇਖੈ ਹਦੂਰ, ਹੇ ਵਾਹਿਗੁਰੂ ਜੀ ਤੁਸੀਂ ਆਪ ਹੀ ਸਾਰੇ ਜੀਆਂ ਦੇ ਨੇੜੇ ਹੋ ਕੇ ਸਭ ਨੂੰ ਵੇਖਦੇ ਸੰਭਾਲ ਕਰ ਰਹੇ ਹੋ, ਤੇ ਤੁਸੀਂ ਆਪ ਹੀ ਆਪਣੇ ਨਾਲ ਮੇਲਣ ਵਾਲੇ ਹੋ। ਸਭ ਮਹਿ ਆਪ ਰਹਿਆ ਭਰਪੂਰ, ਸਾਰਿਆਂ ਵਿੱਚ ਹੀ ਆਪ ਤੁਸੀਂ ਸੱਚੇ ਪਾਤਸ਼ਾਹ ਭਰਪੂਰ ਹੋ ਰਹੇ ਹੋ, ਵਿਆਪਕ ਹੋ ਰਹੇ ਹੋ। ਨਾਨਕ ਆਪੇ ਆਪ ਵਰਤੈ, ਹਜੂਰ ਕਹਿੰਦੇ ਆਪ ਹੀ ਆਪ ਪਰਮੇਸ਼ਰ ਵਰਤ ਰਿਹਾ ਹੈ। ਗੁਰਮੁਖ ਸੋਝੀ ਪਾਵਣਿਆ, ਪਰ ਇਹ ਮਨਮੁਖਾਂ ਨੂੰ ਸੋਝੀ ਨਹੀਂ ਹੈ। ਮਨਮੁਖ ਤਾਂ ਕਈ ਨਾਸਤਕ ਹੀ ਅੱਗੇ ਬਣ ਕੇ ਕਹਿੰਦੇ ਰੱਬ ਹੈ ਹੀ ਨਹੀਂ। ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਤਿਉ ਮਨੁੱਖ ਤੇ ਕਰਤਾ ਵਰਨਾ ਕੋਏ। ਜਿਵੇਂ ਉਹ ਕੇਸ਼ਵ ਚੰਦਰ ਨੇ ਪੰਕਤੀ ਬਣਾਈ ਹੋਈ ਹੈ। ਉਹ ਨਾਸਤਿਕਤਾ ਦਾ ਪ੍ਰਚਾਰ ਕੀਤਾ, 4 ਕਿਤਾਬਾਂ ਲਿਖ ਮਾਰੀਆਂ। ਬੰਗਾਲ ਦੇ ਵਿੱਚ ਬਹੁਤੇ ਲੋਕ ਨਾਸਤਿਕ ਉਹਦੀਆਂ ਕਿਤਾਬਾਂ ਪੜ੍ਹ ਕੇ ਬਣੇ। ਬੜਾ ਵੱਡਾ ਵਿਦਵਾਨ ਸੀ ਸੋ, ਪਰ ਨਾਸਤਿਕ। ਤੇ ਇੱਕ ਅਨਪੜ੍ਹ ਸੰਤ ਸਨ ਸਵਾਮੀ ਰਾਮ ਕ੍ਰਿਸ਼ਨ ਜੀ। ਸੋ ਉਹਨਾਂ ਬੜੀ ਦੁਨੀਆ ਦਾ ਭਲਾ ਕੀਤਾ। ਪਰ ਇਹ ਜਿਹੜਾ ਕੇਸ਼ਵ ਚੰਦਰ ਸੀ ਉਹਨਾਂ ਕੋਲ ਚਲਾ ਗਿਆ, ਕਹਿਣ ਲੱਗਾ ਤੁਸੀਂ ਪੁੱਠੇ ਰਾਹ ਲੋਕਾਂ ਨੂੰ ਲਾਇਆ ਹੋਇਆ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ। ਕਹਿੰਦੇ ਕਰ ਲਓ। ਕਹਿਣ ਲੱਗਾ ਨਹੀਂ, ਸਾਰੇ ਹੀ ਆਪਣੇ ਜਿਹੜੇ ਅਨੁਯਾਈ ਆ ਨਾ, ਜਿਹੜੇ ਤੁਹਾਡੀ ਗੱਲ ਮੰਨਦੇ, ਇਕੱਠੇ ਕਰੋ, ਸਾਰਿਆਂ ਦੇ ਸਾਹਮਣੇ ਮੈਂ ਗੱਲ ਕਰਨੀ। ਹੁਣ ਉਹ ਰੱਬ ਦੇ ਸੰਤ ਸੀ, ਉਹਨਾਂ ਨੂੰ ਕੋਈ ਡਰ ਭੈ ਤਾਂ ਹੈ ਨਹੀਂ ਸੀ। ਉਹਨਾਂ ਸਾਰੇ ਲੋਕਾਂ ਨੂੰ ਆਮੰਤਰਣ ਕਰ ਲਿਆ। ਕ੍ਰਿਸ਼ਨ ਜਨਮ ਅਸ਼ਟਮੀ 'ਤੇ ਬੜਾ ਵੱਡਾ ਇਕੱਠ ਹੋਇਆ ਬੰਗਾਲ ਵਿੱਚ। ਤਾਂ ਉਸ ਨੇ ਕਿਹਾ ਜੀ ਤੁਸੀਂ ਪਹਿਲਾਂ ਮੰਡਣ ਕਰਨਾ ਕਿ ਜਾਂ ਮੈਂ ਪਹਿਲਾਂ ਖੰਡਨ ਕਰਾਂ। ਕਹਿਣ ਲੱਗੇ ਨਹੀਂ ਤੁਸੀਂ ਖੰਡਨ ਕਰੋ ਪਹਿਲਾਂ। ਬੜੀਆਂ ਦਲੀਲਾਂ ਉਦਾਹਰਣਾਂ ਉਸਨੇ ਦਿੱਤੀਆਂ ਕੇਸ਼ਵ ਚੰਦਰ ਨੇ ਵੀ ਪਰਮੇਸ਼ਰ ਨਹੀਂ ਹੈ। ਸੋ ਆਹ ਜਿਹੜੀਆਂ ਪੰਕਤੀਆਂ ਉਹਦੀਆਂ ਆਈਆਂ, ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਤਿਉ ਮਨੁੱਖ ਤੇ ਕਰਤਾ ਵਰਨਾ ਕੋਏ। ਇਹ ਕਹਿੰਦੇ ਆਪਣੇ ਆਪ ਵੀ ਸਾਰਾ ਕੁਝ ਬਣਿਆ। ਜਿਸ ਤਰ੍ਹਾਂ ਅਨਾਜ ਤੋਂ ਅਨਾਜ ਪੈਦਾ ਹੁੰਦਾ, ਘਾਹ ਤੋਂ ਘਾਹ, ਇਸ ਤਰ੍ਹਾਂ ਮਨੁੱਖਾਂ ਤੋਂ ਮਨੁੱਖ ਪੈਦਾ ਹੋ ਰਹੇ ਨੇ। ਕਰਨ ਵਾਲਾ ਕਰਤਾ ਕੋਈ ਵੀ ਨਹੀਂ ਹੈ, ਮੌਤ ਤੋਂ ਬਾਅਦ ਕੁਝ ਵੀ ਨਹੀਂ ਹੈ। ਸੋ ਇਸ ਪ੍ਰਕਾਰ ਬੜੀਆਂ ਦਲੀਲਾਂ ਦਿੱਤੀਆਂ, ਕਾਫੀ ਸਮਾਂ ਲੱਗਾ ਰਿਹਾ। ਤੇ ਜਦੋਂ ਸਮਾਪਤੀ ਨੇ ਕੀਤੀ, ਕਹਿਣ ਲੱਗਾ ਹੁਣ ਤੁਸੀਂ ਦੱਸੋ। ਤਾਂ ਉਹਨਾਂ ਨੇ ਚਰਨ ਫੜ ਲਏ ਦੇ ਤੇ ਕਹਿਣ ਲੱਗੇ ਪਹਿਲਾਂ ਤਾਂ ਕਦੇ ਕਦੇ ਮੇਰੇ ਮਨ 'ਚੋਂ ਨਿਸ਼ਚਾ ਹਿੱਲ ਜਾਂਦਾ ਸੀ ਪਰਮਾਤਮਾ ਬਾਰੇ, ਪਰ ਹੁਣ ਪੱਕਾ ਨਿਸ਼ਚਾ ਹੋ ਗਿਆ। ਤੁਹਾਡੀ ਸਾਰਾ ਵਿਖਿਆਨ ਸੁਣ ਕੇ ਨਾ, ਤੇ ਇੰਨਾ ਦਲੀਲਬਾਜ਼ ਬੰਦਾ, ਐਡਾ ਵਿਦਵਾਨ, ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾਂ ਤਾਂ ਕੋਈ ਹੋ ਹੀ ਨਹੀਂ ਸਕਦਾ। ਹੱਸੀ ਜਾਣ ਨਾਲ। ਤੇ ਫਿਰ ਉਸ ਕੇਸ਼ਵ ਚੰਦਰ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਭਾਵੇਂ ਹਰਾ ਦਿੱਤਾ, ਪਰ ਤੁਹਾਨੂੰ ਹਰਾ ਕੇ ਵੀ ਮੈਂ ਹਾਰ ਗਿਆ। ਅੱਜ ਮੈਂ ਪਹਿਲੀ ਦਫਾ ਹਾਰਿਆ ਤੇ ਤੁਸੀਂ ਜਿੱਤ ਗਏ ਹੋ। ਜੋ ਉਂਝ ਦ੍ਰਿਸ਼ਟੀ ਨਾਲ ਕੋਈ ਵੇਖੇ ਤੇ ਤੁਸੀਂ ਹਾਰੇ ਹੋ, ਪਰ ਮੈਂ ਇਸ ਗੱਲੋਂ ਹਾਰ ਗਿਆ ਵੀ ਇੰਨੀ ਨਿਰਮਾਣਤਾ ਵੀ ਕਿਸੇ ਦੇ ਅੰਦਰ ਹੁੰਦੀ ਹੈ। ਇੰਨੀ ਦੁਨੀਆ ਜਿਹਦੇ ਮਗਰ ਹੋਵੇ ਤੇ ਉਹ ਦੁਨੀਆ ਸਾਹਮਣੇ ਕਹੇ ਮੈਂ ਹਾਰਿਆ, ਤੂੰ ਜਿੱਤਿਆ, ਤੇ ਮੇਰੀ ਉਸਤਤ ਕਰੇ ਜਿਹੜਾ ਉਹਦੀ ਸਾਰੀ ਕਾਰੋਮਦਾਰ ਨੂੰ ਰੱਦ ਕਰ ਰਿਹਾ ਹੋਵੇ। ਤੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਵੀ ਪਰਮਾਤਮਾ ਹੋ ਸਕਦਾ। ਸੋ ਇਸ ਪ੍ਰਕਾਰ ਇਉਂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ, ਨਾਨਕ ਆਪੇ ਆਪ ਵਰਤੈ, ਆਪ ਹੀ ਆਪ ਵਰਤ ਰਿਹਾ ਪਰਮੇਸ਼ਰ। ਗੁਰਮੁਖ ਸੋਝੀ ਪਾਵਣਿਆ, ਪਰ ਜੋ ਗੁਰਮੁਖ ਨੇ ਸੋ ਭਾਵ ਗੁਰਾਂ ਦੇ ਪਿੱਛੇ ਲੱਗਣ ਵਾਲੇ, ਉਹਨਾਂ ਨੇ ਸੋਝੀ ਪ੍ਰਾਪਤ ਕੀਤੀ ਹੈ। ਗੁਰਮੁਖਾਂ ਦੇ ਅੰਦਰ ਪਰਮੇਸ਼ਰ ਆਪਣੀ ਸੋਝੀ ਆਪ ਪਾ ਦਿੰਦਾ। ਮਾਝ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਅਗਲੀ ਅਸ਼ਟਪਦੀ ਉਚਾਰਨ ਕਰਦੇ ਹਨ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਪਰ
ਜੋ ਚਿੱਤ ਲਾਏ ਗੁਰੂ ਕੀ ਬਾਣੀ ਨਾਲ ਉਹਨੂੰ ਹੀ ਪਤਾ ਲੱਗੇਗਾ ਵੀ ਸਤਿਗੁਰੂ ਦੀ ਬਾਣੀ ਮਿੱਠੀ ਹੈ ਕਿ ਨਹੀਂ। ਪਹਿਲਾਂ ਪਹਿਲ ਤਾਂ ਬਹੁਤ ਔਖਾ ਹੈ। ਭਾਈ ਵੀਰ ਸਿੰਘ ਜੀ ਨੇ ਕਿਹਾ ਵੀ ਜਿਵੇਂ ਪੱਥਰ ਦੇ ਪਹਾੜ ਨੂੰ ਚੱਟਣਾ ਕਿੰਨਾ ਕਠਿਨ ਕੰਮ ਹੈ। ਪੱਥਰ ਨੂੰ ਕੌਣ ਚੱਟੇ ਜਿੱਥੋਂ ਰਸ ਹੀ ਕੋਈ ਨਹੀਂ ਆਉਂਦਾ। ਅਤੇ ਹੋਰ ਭੋਗਾਂ ਪਦਾਰਥਾਂ ਵਿਕਾਰਾਂ 'ਚੋਂ ਝੱਟ ਰਸ ਪ੍ਰਾਪਤ ਹੁੰਦਾ। ਕੋਈ ਵੀ ਸਵਾਦਿਕ ਪਦਾਰਥ ਜ਼ੁਬਾਨ ਨਾਲ ਛੂਹੇ ਅਤੇ ਉਸੇ ਵੇਲੇ ਰਸ ਮਿਲਦਾ, ਪਰ ਰੱਬ ਦੇ ਨਾਮ ਦਾ ਰਸ ਤਾਂ ਏਡੀ ਛੇਤੀ ਨਹੀਂ ਮਿਲਦਾ ਹੈ। ਅਤੇ ਇਸ ਕਰਕੇ ਪਹਿਲਾਂ ਪਹਿਲ ਤਾਂ ਅਲੂਣੀ ਸਿਲ ਚਟਣ ਵਾਂਗ, ਪੱਥਰ ਨੂੰ ਚੱਕ ਮਾਰਨ ਵਾਂਗ। ਪਰ ਜੇ ਕੋਈ ਮਿਹਨਤ ਕਰੇ, ਪਹਿਲਾਂ ਇਹ ਸਿਮਰਨ, ਫਿਰ ਮਨ ਦੀ ਮੈਲ ਕੱਟਦਾ। ਗੁਰੂ ਕੀ ਬਾਣੀ ਰਾਹੀਂ ਮਨ ਦੀ ਮੈਲ ਕੱਟੀ ਜਾਂਦੀ ਅਤੇ ਫਿਰ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ। ਦੁਨੀਆ ਦੀਆਂ ਗੱਲਾਂ ਫਿਰ ਪਸੰਦ ਨਹੀਂ ਆਉਂਦੀਆਂ। ਗੱਲ ਹੀ ਅੱਲ ਪਲਾਲੀਆਂ ਕੰਮ ਨਾ ਆਵੈ ਮਿੱਤ। ਜਿਹਦਾ ਚਿੱਤ ਗੁਰੂ ਕੀ ਬਾਣੀ ਨਾਲ ਲੱਗ ਗਿਆ, ਉਹਨੂੰ ਹੋਰ ਸੰਸਾਰ ਦੀਆਂ ਗੱਲਾਂ, ਨਿੰਦਿਆ ਚੁਗਲੀ, ਹੋਰ ਚਟਖਾਰੇ ਵਾਲੀਆਂ ਗੱਲਾਂ, ਵਿਕਾਰਾਂ ਦੀਆਂ, ਹੋਰ ਗੀਤ, ਇਹ ਕੁਛ ਵੀ ਨਹੀਂ ਚੰਗਾ ਲੱਗਦਾ ਉਸਨੂੰ। ਸੋ ਇਸ ਪ੍ਰਕਾਰ ਅੰਮ੍ਰਿਤ ਬਾਣੀ ਗੁਰ ਕੀ ਮੀਠੀ। ਸਤਿਗੁਰੂ ਦੀ ਜਿਹੜੀ ਬਾਣੀ ਹੈ ਇਹ ਆਤਮਿਕ ਮੌਤ ਤੋਂ ਰਹਿਤ ਕਰਨ ਵਾਲੀ ਹੈ, ਆਤਮਿਕ ਜੀਵਨ ਦੇਣ ਵਾਲੀ ਅਤੇ ਬਹੁਤ ਮਿਠਾਸ ਭਰਪੂਰ ਹੈ। ਪਰ ਗੁਰਮੁਖ ਵਿਰਲਾ ਕਿਨੈ ਚਖ ਡੀਠੀ। ਪਰ ਗੁਰਮੁਖ ਕੋਈ ਸਤਿਗੁਰਾਂ ਦੇ ਸਨਮੁਖ ਹੋ ਕੇ ਜੋ ਚੱਲਦਾ, ਆਪਣੇ ਮਨ ਨੂੰ ਮੁਖੀ ਨਹੀਂ ਬਣਾਉਂਦਾ, ਗੁਰੂ ਨੂੰ ਮੁਖੀ ਬਣਾ ਕੇ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ, ਜੋ ਉਹ ਕਿਸੇ ਵਿਰਲੇ ਗੁਰਮੁਖ ਨੇ ਇਹ ਚੱਖ ਕੇ ਡੀਠੀ ਵੇਖੀ ਹੈ। ਚੱਖ ਕੇ ਮਿਹਨਤ ਕਰਕੇ ਫਿਰ ਉਸ ਨੂੰ ਪਤਾ ਲੱਗਾ ਵੀ ਗੁਰੂ ਕੀ ਬਾਣੀ ਵਰਗਾ ਮਿੱਠਾ ਤਾਂ ਕੁਛ ਹੈ ਨਹੀਂ। ਅੰਤਰ ਪ੍ਰਗਾਸ ਮਹਾਰਸ ਪੀਵੈ। ਉਸ ਦੇ ਅੰਦਰ ਗੁਰੂ ਕੀ ਬਾਣੀ ਚਾਨਣ ਕਰ ਦਿੰਦੀ ਹੈ, ਪ੍ਰਕਾਸ਼ ਗਿਆਨ ਦਾ ਚਾਨਣ, ਅਤੇ ਉਸ ਅਵਸਥਾ 'ਚ ਫਿਰ ਉਹ ਮਹਾਨ ਰਸ ਨੂੰ ਪੀਂਦਾ ਹੈ। ਦਰ ਸੱਚਾ ਸ਼ਬਦ ਵਜਾਵਣਿਆ। ਅਤੇ ਇਸ ਪ੍ਰਕਾਰ ਵਾਹਿਗੁਰੂ ਦੇ ਸੱਚੇ ਦਰ 'ਤੇ ਉਹ ਵਾਹਿਗੁਰੂ ਦੇ ਸ਼ਬਦ ਨੂੰ ਵਜਾਉਂਦਾ। ਮਤਲਬ ਹਿਰਦੇ ਰੂਪੀ ਦਰ ਦੇ ਅੰਦਰ ਪਹੁੰਚ ਕੇ ਸੱਚੇ ਅਕਾਲ ਪੁਰਖ ਦੇ ਨਾਮ ਦਾ ਸ਼ਬਦ ਇਹ ਉਹਦੇ ਅੰਦਰ ਵਾਜਾ ਵੱਜਣ ਲੱਗ ਜਾਂਦਾ ਹੈ। ਹਉ ਵਾਰੀ ਜੀਓ ਵਾਰੀ ਗੁਰ ਚਰਣੀ ਚਿਤ ਲਾਵਣਿਆ। ਮੈਂ ਆਪਣੀ ਹਉਮੈ ਨੂੰ ਵਾਰਦਿਆਂ, ਆਪਣੀ ਜਿੰਦ ਕੁਰਬਾਨ ਕਰਦਿਆਂ ਸਦਕੇ ਜਾਵਾਂ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਚਿੱਤ ਲਾਉਣ ਵਾਲੇ ਨੇ। ਜਿਸ ਨੇ ਵੀ ਗੁਰੂ ਦੇ ਚਰਨਾਂ ਨਾਲ, ਸ਼ਬਦ ਰੂਪੀ ਚਰਨਾਂ ਨਾਲ, ਨਾਮ ਰੂਪ ਚਰਨਾਂ ਨਾਲ ਚਿੱਤ ਲਾਇਆ, ਮੈਂ ਉਸ ਤੋਂ ਸਦਕੇ ਵਾਰਨੇ ਕੁਰਬਾਨ ਜਾਂਦਾ ਹਾਂ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਜਲ ਦੇ ਸੱਚੇ ਸਰੋਵਰ ਹਨ। ਮਨ ਨਹਾਵੈ ਮੈਲ ਚੁਕਾਵਣਿਆ। ਪਰ ਜਦੋਂ ਕੋਈ ਉਸ ਸਰੋਵਰ ਵਿੱਚ ਨਹਾਵੇਗਾ ਤੇ ਤਾਂ ਹੀ ਮੈਲ ਦੂਰ ਹੋਵੇਗੀ। ਜਿਸ ਵਿਅਕਤੀ ਦਾ ਮਨ ਨਹਾ ਲੈਂਦਾ ਨਾ ਸਤਿਗੁਰੂ ਰੂਪੀ ਅੰਮ੍ਰਿਤ ਸਰੋਵਰ ਵਿੱਚ, ਉਹ ਆਪਣੀ ਮੈਲ ਦੂਰ ਕਰ ਲੈਂਦਾ ਹੈ। ਸੋ ਇਸ ਪ੍ਰਕਾਰ ਐਸੇ ਗੁਰਮੁਖ ਤੋਂ ਵਾਰਨੇ ਫੇਰਨੇ ਜਾਈਏ। ਰਹਾਓ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ। ਹੇ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਕਿਸੇ ਨੇ ਵੀ ਅੰਤ ਪਾਰਾਵਾਰ ਨਹੀਂ ਪਾਇਆ। ਗੁਰ ਪ੍ਰਸਾਦ ਜਿਹਨਾਂ ਵਿਰਲੇ ਚਿੱਤ ਲਾਇਆ। ਹਾਂ, ਇੰਨੀ ਗੱਲ ਜ਼ਰੂਰ ਹੈ ਵੀ ਗੁਰੂ ਦੀ ਕਿਰਪਾ ਜਿਸ 'ਤੇ ਹੋਈ, ਉਹ ਕੋਈ ਵਿਰਲੇ ਹਨ। ਕਿਸੇ ਵਿਰਲੇ ਨੇ ਤੇਰੇ ਨਾਮ ਨਾਲ ਚਿੱਤ ਲਾਇਆ, ਤੇਰੇ ਸਰੂਪ ਨਾਲ ਚਿੱਤ ਜੋੜਿਆ, ਤੇਰੀ ਪ੍ਰਾਪਤੀ ਦੀ ਇੱਛਾ ਨਾਲ ਆਪਣਾ ਚਿੱਤ ਲਾਇਆ ਹੋਇਆ। ਤੁਧ ਸਲਾਹੇ ਨਾ ਰੱਜਾ ਕਬਹੂ। ਇਹ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ ਕਿ ਤੁਹਾਡੀ ਸਲਾਹੁਤਾ ਕਰਦਿਆਂ ਹੋਇਆਂ ਮੈਂ ਕਦੇ ਰੱਜਾਂ ਹੀ ਨਾ। ਰਾਜੀਏ ਤੇ ਫਿਰ ਉਹ ਚੀਜ਼ ਛਕਣੋਂ ਹਟ ਜਾਈਦਾ ਨਾ। ਮਤਲਬ ਇਹ ਹੈ ਹੋਰ ਪਾਸਿਆਂ ਤੋਂ ਰੱਜ ਜਾਵਾਂ, ਤੁਹਾਡੇ ਨਾਮ ਦੀ ਭੁੱਖ ਸਦਾ ਹੀ ਲੱਗੀ ਰਹੇ। ਤੁਹਾਡੀ ਸਿਫਤ ਤੋਂ ਸਲਾਹੁਤਾ, ਤੁਹਾਡੇ ਸਿਮਰਨ, ਤੁਹਾਡੀ ਵਡਿਆਈ ਦੀ ਭੁੱਖ ਸਦਾ ਲੱਗੀ ਰਵੇ। ਮੈਂ ਤੁਹਾਡੀ ਸਲਾਹੁਤਾ ਕਰਦਿਆਂ, ਤੁਹਾਡਾ ਕੀਰਤੀ ਕਰਦਿਆਂ, ਜਸ ਕਰਦਿਆਂ ਕਦੇ ਰੱਜਾਂ ਹੀ ਨਾ। ਸੱਚਾ ਨਾਵੈ ਕੀ ਭੁੱਖ ਲਾਵਣਿਆ। ਹੇ ਸੱਚ ਸਰੂਪ ਵਾਹਿਗੁਰੂ ਜੀ, ਤੁਹਾਡੇ ਸੱਚੇ ਨਾਮ ਦੀ ਭੁੱਖ ਮੈਂ ਲਾ ਲਵਾਂ ਆਪਣੇ ਆਪ ਨੂੰ, ਤੁਹਾਡੇ ਨਾਮ ਦੀ ਭੁੱਖ ਹੀ ਲਾਈ ਰੱਖਾਂ। ਏਕੋ ਵੇਖਾ ਅਵਰ ਨਾ ਬੀਆ। ਗੁਰਮੁਖ ਪਿਆਰਿਆਂ ਨੇ ਇੱਕ ਪਰਮੇਸ਼ਰ ਨੂੰ ਵੇਖਿਆ ਹੈ। ਅਵਰ ਨਾ ਬੀਆ, ਅਵਰ ਹੋਰ ਕੋਈ ਬੀਆ ਦੂਜਾ ਨਹੀਂ ਹੈ। ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਉਹਨਾਂ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਮ ਰੂਪ ਅੰਮ੍ਰਿਤ ਨੂੰ ਪੀਤਾ ਹੈ। ਗੁਰ ਕੈ ਸ਼ਬਦ ਦਿਖਾ ਨਿਵਾਰੀ। ਗੁਰੂ ਦੇ ਸ਼ਬਦ ਰਾਹੀਂ ਉਹਨਾਂ ਨੇ ਜਿਹੜੀ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਪਿਆਸ ਹੈ ਨਾ, ਉਹ ਨਿਵਾਰ ਲਈ, ਦੂਰ ਕਰ ਲਈ ਹੈ। ਸਹਿਜੇ ਸੂਖ ਸਮਾਵਣਿਆ।
ਤੇ ਉਹ ਗੁਰਮੁਖ ਪਿਆਰਾ ਸਹਿਜੇ ਸੁਤੇ ਸਿੱਧ ਹੀ, ਸਹਿਜ ਸੁਭਾਵਕ ਹੀ, ਸਹਿਜੇ ਗਿਆਨ ਅਵਸਥਾ ਜਾ ਕੇ ਸੁਖ ਸਰੂਪ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਹੈ, ਆਤਮਿਕ ਸੁਖ ਦੇ ਵਿੱਚ ਸਮਾ ਜਾਂਦਾ ਹੈ। ਇੱਕ ਉਹ ਵੇਖਾਂ ਆਪਣੇ ਆਪ ਤੋਂ ਵੀ ਘਟਾ ਕੇ ਕਹਿ ਰਹੇ ਨੇ ਵੀ ਇੱਕ ਨੂੰ ਵੇਖਦਾ ਹਾਂ ਮੈਂ, ਹੋਰ ਦੂਜਾ ਤਾਂ ਕੋਈ ਹੈ ਹੀ ਨਹੀਂ। ਗੁਰੂ ਦੀ ਕਿਰਪਾ ਨਾਲ ਮੈਂ ਅੰਮ੍ਰਿਤ ਪੀਤਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਹੀ ਆਪਣੀ ਪਿਆਸ ਨਿਵਾਰੀ ਹੈ, ਭਾਵ ਤ੍ਰਿਸ਼ਨਾ ਦੂਰ ਕੀਤੀ ਹੈ ਤੇ ਹੁਣ ਸਹਿਜ ਗਿਆਨ ਅਵਸਥਾ 'ਚ ਪਹੁੰਚ ਕੇ ਅਸੀਂ ਸੁਖ ਦੇ ਵਿੱਚ ਸਮਾਏ ਹੋਏ ਹਾਂ। ਰਤਨ ਪਦਾਰਥ ਪੱਲਰ ਤਿਆਗੈ। ਹੁਣ ਮਨਮੁਖ ਦੀ ਹਾਲਤ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਵਾਹਿਗੁਰੂ ਦੇ ਨਾਮ ਦਾ ਜਿਹੜਾ ਰਤਨ ਹੈ, ਰਤਨ ਪਦਾਰਥ ਨਾਮ, ਸੋ ਇਸ ਪ੍ਰਕਾਰ ਰਤਨ ਜਿਵੇਂ ਹਰ ਨਾਮ, ਸਤ ਸੰਤੋਖ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲਾ ਹੋਤਾ। ਐਸੋ ਹੀਰਾ ਨਿਰਮਲ ਨਾਮ, ਜਾਸ ਜਬਤ ਪੂਰਨ ਸਭ ਕਾਮ। ਇਹ ਰਤਨ ਪਦਾਰਥ ਜਿਹੜਾ, ਇਸ ਨੂੰ ਪੱਲਰ, ਤੋਰੀਏ ਦੀ ਜਿਹੜੀ ਪਰਾਲੀ ਹੁੰਦੀ ਹੈ ਨਾ, ਤੋਰੀਏ ਦਾ ਜਿਹੜਾ ਫੂਸ ਹੈ, ਸੋ ਉਹਨੂੰ ਇੰਜ ਜਾਣ ਕੇ ਨਾ, ਤੋਰੀਏ ਦੇ ਪੱਲਰ ਵਰਗਾ ਜਾਂ ਪਰਾਲੀ ਸਮਝ ਲਓ, ਪਰਾਲੀ ਵਰਗਾ ਜਾਣ ਕੇ ਇਹ ਮਨ ਦੇ ਪਿੱਛੇ ਲੱਗਣ ਵਾਲਾ ਵਿਅਕਤੀ ਤਿਆਗ ਰਿਹਾ ਹੈ ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਦੇ ਗਿਆਨ ਨੂੰ, ਗੁਰੂ ਕੀ ਬਾਣੀ ਨੂੰ। ਮਨਮੁਖ ਅੰਧਾ ਦੂਜਾ ਭਾਏ ਲੱਗਾ। ਕਿਉਂ ਐਸਾ ਹੋ ਰਿਹਾ? ਕਹਿੰਦੇ ਮਨ ਦੇ ਪਿੱਛੇ ਲੱਗਣ ਵਾਲਾ ਅੰਨਾ ਅਗਿਆਨੀ ਹੈ, ਬੇਸਮਝ ਹੈ। ਦੂਜਾ ਭਾਏ ਲੱਗਾ, ਜਿਹੜਾ ਦੂਜਾ ਸੰਸਾਰ ਦਾ ਪਿਆਰ ਹੈ ਨਾ, ਉਹਦੇ 'ਚ ਲੱਗਾ ਰਹਿੰਦਾ ਸਾਰੀ ਜ਼ਿੰਦਗੀ। ਫਿਰ ਜੋ ਬੀਜੈ ਸੋਈ ਫਲ ਪਾਏ। ਜੋ ਜੈਸੇ ਬੁਰੇ ਕਰਮਾਂ ਦਾ ਬੀਜ ਬੀਜਦਾ, ਉਹੀ ਫਲ ਇਸ ਨੂੰ ਪ੍ਰਾਪਤ ਹੁੰਦਾ ਦੁੱਖ ਰੂਪ ਵਿੱਚ। ਸੁਪਨੇ ਸੁਖ ਨਾ ਪਾਵਣਿਆ। ਜਿਹੜਾ ਮਨਮੁਖ ਹੈ, ਸੁਪਨੇ ਸੁਖ ਨਾ ਪਾਵਣੇ ਦਾ ਮਤਲਬ ਭੋਰਾ ਮਾਤਰ, ਸੁਪਨੇ ਮਾਤਰ ਵੀ, ਥੋੜ੍ਹੇ ਮਾਤਰ ਵੀ ਸੁਖ ਦੀ ਪ੍ਰਾਪਤੀ ਨਹੀਂ ਉਸ ਨੂੰ ਹੁੰਦੀ ਹੈ। ਆਪਣੀ ਕਿਰਪਾ ਕਰੇ ਸੋਈ ਜਨ ਪਾਏ। ਪਰ ਕੀ ਵਸ ਹੈ ਕਹਿੰਦੇ ਮਨਮੁਖ ਦੇ ਵੀ। ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਜੇ ਕਰੇ ਤਾਂ ਉਹੀ ਜਨ ਸੇਵਕ ਵਾਹਿਗੁਰੂ ਦੇ ਨਾਮ ਦੀ, ਰਤਨ ਪਦਾਰਥ ਦੀ ਦਾਤ ਪ੍ਰਾਪਤ ਕਰਦਾ। ਗੁਰ ਕਾ ਸ਼ਬਦ ਮਨ ਵਸਾਏ। ਫਿਰ ਗੁਰੂ ਦੇ ਸ਼ਬਦ ਨੂੰ ਮੰਨ ਲੈਂਦਾ ਤੇ ਮੰਨ ਕੇ ਮਨ 'ਚ ਵਸਾ ਲੈਂਦਾ। ਆਨੰਦਨ ਸਦਾ ਰਹਿ ਭੈ ਅੰਦਰ। ਰਾਤ ਦਿਨ ਉਹ ਵਾਹਿਗੁਰੂ ਦੇ ਉਜਲ ਭੈ ਦੇ ਅੰਦਰ, ਭੈ ਅਦਬ ਦੇ ਅੰਦਰ ਰਹਿੰਦਾ। ਭੈ ਮਾਰ ਭਰਮ ਚੁਕਾ ਬਣਿਆ। ਤੇ ਜਿਹੜੇ ਦੂਜੇ ਭੈ ਹਨ, ਭਾਉ ਡਰ, ਯਹ ਭੈ ਪ੍ਰਲੋਕ ਭੈ ਜਨਮ ਵੇਦਨਾ ਜਾਤ, ਅਨ ਰਖਿਆ ਗੁਪਤ ਪੈਗਤ ਅਕਸ ਮਾਤਰ ਭੈ ਸਾਤ। ਇਸ ਦੁਨੀਆ ਦਾ, ਪ੍ਰਲੋਕ ਦਾ, ਜਮਾਂ ਦਾ, ਜੰਮਣ ਮਰਨ ਦਾ ਆਦਿਕ ਜਿਹੜੇ ਡਰ ਹਨ, ਇਹਨਾਂ ਸਾਰੇ ਡਰ ਨੂੰ ਮਾਰ ਲੈਂਦਾ। ਜਿਵੇਂ ਬਚਨ ਹੈ, ਭੈ ਕੋ ਭਉ ਪੜਿਆ ਸਿਮਰਤ ਹਰ ਨਾਮ। ਜਿਹੜਾ ਡਰ ਹੈ ਉਹਨੂੰ ਡਰ ਪੈ ਗਿਆ ਵਾਹਿਗੁਰੂ ਦਾ ਸਿਮਰਨ ਕਰਦੇ ਆ, ਇਸ ਕਰਕੇ ਉਹ ਡਰ ਭੱਜ ਗਿਆ, ਨਾਸ ਹੋ ਗਿਆ। ਇੰਜ ਵੀ ਹਜ਼ੂਰ ਨੇ ਬਚਨ ਕੀਤਾ, ਜਿਨ੍ਹਾਂ ਭਉ ਤਿਨ ਨਾਹੇ ਭਉ ਮੁਚ ਭਉ ਨਿਭਵਿਆ। ਜਿਨ੍ਹਾਂ ਨੂੰ ਵਾਹਿਗੁਰੂ ਦਾ ਉਜਲ ਭਉ ਹੈ ਨਾ, ਉਹਨਾਂ ਨੂੰ ਹੋਰ ਨਹੀਂ ਕੋਈ ਡਰ ਰਹਿ ਜਾਂਦਾ। ਪਰ ਜਿਹੜੇ ਰੱਬ ਵੱਲੋਂ ਨਿਭਵ ਹੋ ਰਹੇ, ਨਿਡਰ ਹੋ ਰਹੇ, ਉਹਨਾਂ ਨੂੰ ਮੁੱਚ ਭਉ, ਬਹੁਤੇ ਭਉ ਵਿਆਪਦੇ ਹਨ, ਸਾਰੇ ਡਰ ਉਹਨਾਂ ਨੂੰ ਵਿਆਪਦੇ ਹਨ। ਤੇ ਜਿਹੜਾ ਗੁਰਮੁਖ ਰਾਤ ਦਿਨ ਰਹਿੰਦਾ ਸਦਾ ਵਾਹਿਗੁਰੂ ਦੇ ਭੈ ਅਦਬ ਦੇ ਅੰਦਰ, ਉਹ ਬਾਕੀ ਸਾਰੇ ਦੁਨਿਆਵੀ ਭੈ ਡਰ ਮਾਰ ਕੇ ਮੌਤ ਦਾ ਵੀ ਡਰ ਮਾਰ ਲੈਂਦਾ। ਸਰੀਰ ਨਾਲ ਲਗਾ ਹੀ ਨਹੀਂ ਨਾ, ਸਰੀਰ ਤਾਂ ਨਾਸਵੰਤ ਪਹਿਲਾਂ ਸਮਝਿਆ ਹੋਇਆ। ਤੇ ਇੰਜ ਮਾਰ ਕੇ ਭੈ ਨੂੰ, ਜਿਵੇਂ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੱਸਿਆ ਸੀ ਕਿ ਸਰਗੋਧੇ ਦੇ ਲਾਗੇ ਜਦੋਂ ਅਸੀਂ ਉੱਥੇ ਰਹਿੰਦੇ ਸੀ ਤੇ ਸਿਮਰਨ ਕਰਦੇ ਸੀ ਇੱਕ ਉੱਚੀ ਥੇੜੀ 'ਤੇ ਜਾ ਕੇ। ਤੇ ਇੱਕ ਦਿਨ ਸਿਮਰਨ ਕਰਦਿਆਂ ਹੋਇਆਂ ਜਦੋਂ ਸਾਡੇ ਨੇਤਰ ਖੁੱਲ੍ਹੇ ਤਾਂ ਸਾਹਮਣੇ ਉਹ ਸੱਪ ਆਉਂਦਾ ਸੀ ਤੇ ਉਹ ਅੱਧਾ ਕੁ ਉੱਪਰ ਉੱਠਿਆ ਹੁੰਦਾ ਸੀ, ਅੱਧਾ ਕੁ ਉਹ ਧਰਤੀ 'ਤੇ ਤੋਂ ਛਲਾਂਗਾਂ ਲਾਉਂਦਾ ਸੀ। ਤਾਂ ਕਹਿੰਦੇ ਖਿਆਲ ਆਇਆ ਵੀ ਜਦੋਂ ਹੁਣ ਅਗਲੀ ਛਾਲ ਮਾਰੀ ਤਾਂ ਸਾਡੇ ਉੱਪਰ ਆ ਕੇ ਡਿੱਗੇਗਾ। ਤੇ ਉਹ ਬਹੁਤ ਜ਼ਿਆਦਾ ਜ਼ਹਿਰੀਲਾ ਮੰਨਿਆ ਗਿਆ ਸੀ ਉਸ ਇਲਾਕੇ 'ਚ। ਤੇ ਕਹਿੰਦੇ ਫਿਰ ਮਨ 'ਚ ਆਇਆ ਵੀ ਖੌਰੇ ਮਹਾਰਾਜ ਸਾਡੀ ਪਰਖੀ ਕਰ ਰਿਹਾ ਵੀ ਮੈਂ ਡਰਦਾ ਕਿ ਨਹੀਂ, ਸਰੀਰ ਨਾਲ ਮੋਹ ਕਰਦਾ ਕਿ ਨਹੀਂ। ਫਿਰ ਇਹ ਵੀ ਖਿਆਲ ਆਇਆ ਵੀ ਸੱਪ ਦੇ ਵਿੱਚ ਵੀ ਤੇ ਪਰਮੇਸ਼ਰ ਦੀ ਜੋਤ ਹੈ, ਜੇ ਵਾਹਿਗੁਰੂ ਨੇ ਮਾਰਨਾ ਤਾਂ ਮਾਰ ਦੇਵੇ। ਸੋ ਇਸ ਤਰ੍ਹਾਂ ਜਦੋਂ ਮੋਹ ਦਾ ਛੌੜ ਉਸ ਵੇਲੇ ਕੱਟਿਆ ਗਿਆ ਤੇ ਸੱਪ ਨੇ ਛਲਾਂਗ ਮਾਰੀ, ਜਿੱਥੇ ਜੁੱਤੀ ਲਾਈ ਸੀ ਮਹਾਂਪੁਰਸ਼ਾਂ ਜੋੜਾ ਉੱਥੇ ਆਇਆ ਤੇ ਫਿਰ ਉਹ ਹੇਠਾਂ ਫਨ ਸੁੱਟਤੀ ਉਹਨੇ ਆਪਣੀ, ਤੇ ਦੁਆਲੇ ਉਹਨਾਂ ਦੇ ਘੁੰਮ ਕੇ ਪਰਿਕਰਮਾ ਕਰਕੇ ਚਲਿਆ ਗਿਆ। ਸੋ ਇਸ ਪ੍ਰਕਾਰ ਜਿਹੜਾ ਮੌਤ ਦਾ ਭੈ ਵੀ ਰੱਬ ਦੇ ਪਿਆਰਿਆਂ ਮਾਰ ਦਿੱਤਾ, ਨਾ ਭੈ ਰਹਿ ਗਿਆ ਨਾ ਭਰਮ ਰਹਿ ਗਿਆ। ਸੋ ਇਸ ਪ੍ਰਕਾਰ ਭਰਮ ਭ੍ਰਾਂਤੀ, ਭਰਮ ਹੋਰ ਦਾ ਹੋਰ ਸਮਝਣਾ। ਸੋ ਇਸ ਪ੍ਰਕਾਰ ਭੁਲੇਖੇ ਦਾ ਨਾਮ ਹੈ। ਜਿਵੇਂ ਕੋਈ ਘਰੋਂ ਬਾਹਰ ਗਿਆ ਹੋਇਆ ਤੇ ਸ਼ਾਮਾਂ ਦੇ ਵਕਤ ਘਰ ਨੂੰ ਪੁੱਜਿਆ, ਗਾੜਾ ਹਨੇਰਾ ਤਾਂ ਨਹੀਂ ਪਰ ਹਨੇਰਾ ਹੈ ਕੁਛ, ਤੇ ਰੱਸੀ ਪਈ ਹੋਈ ਹੈ ਤੇ ਹਨੇਰੇ ਕਾਰਨ ਉਹ ਸੱਪ ਪ੍ਰਤੀਤ ਹੁੰਦੀ ਹੈ।
ਸੋ ਇਸ ਤਰ੍ਹਾਂ ਅਗਿਆਨ ਹਨੇਰਾ ਤੇ ਰੱਸੀ ਵਿੱਚ ਸੱਪ ਦੀ ਪ੍ਰਤੀਤੀ ਇਹ ਭਰਮ ਹੈ। ਚੀਜ਼ ਹੋਰ ਸੀ, ਰੱਸੀ ਸੀ, ਉਹਨੂੰ ਸੱਪ ਸਮਝ ਲਿਆ। ਇਸ ਤਰ੍ਹਾਂ ਜਗਤ ਨਾਸਵੰਤ ਸੀ, ਪਰ ਹਿਲਦਾ ਜੁਲਦਾ ਹਰਕਤ ਕਰਦਾ ਜਾਣ ਕੇ ਸੱਚਾ ਮੰਨ ਲਿਆ ਤੇ ਵਾਹਿਗੁਰੂ ਨੂੰ ਸੱਚ ਨਾ ਮੰਨਿਆ। ਇਹ ਭਰਮ ਹੈ। ਤੇ ਇਸ ਪ੍ਰਕਾਰ ਸਾਰੇ ਡਰਾਂ ਨੂੰ ਮਾਰ ਕੇ 5 ਪ੍ਰਕਾਰ ਦੇ ਭਰਮ ਨੂੰ ਚੁਕਾਣਿਆ ਦੂਰ ਕਰ ਲਿਆ ਉਸ ਗੁਰਮੁਖ ਪਿਆਰੇ ਨੇ। ਭਰਮ ਚੁਕਾਇਆ ਸਦਾ ਸੁਖ ਪਾਇਆ। ਤੇ ਜਿਸ ਨੇ ਆਪਣੇ ਹਿਰਦੇ ਚੋਂ ਭਰਮ ਨੂੰ ਚੁੱਕਦਾ ਕਰ ਲਿਆ ਨਾ, ਦੂਰ ਕਰਤਾ, ਉਹਨੇ ਸਦਾ ਦਾ ਸੁਖ ਪ੍ਰਾਪਤ ਕੀਤਾ। ਸੁਖ ਦੇ ਖੱਖੇ ਨੂੰ ਔਂਕੜ ਹੈ, ਆਤਮਿਕ ਸੁਖ, ਸਦਾ ਵਾਸਤੇ ਆਤਮਿਕ ਸੁਖ ਪ੍ਰਾਪਤ ਕੀਤਾ। ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪਰਮ ਪਦਵੀ ਉਸਨੇ ਪ੍ਰਾਪਤ ਕੀਤੀ, ਉੱਚਾ ਪਦ ਜਿਹੜਾ ਨਾ ਬ੍ਰਹਮ ਗਿਆਨੀ ਦਾ। ਸੋ ਇਸ ਪ੍ਰਕਾਰ ਪਰਮ ਪਦ, ਚੌਥਾ ਪਦ, ਇਹ ਉਸਨੇ ਪ੍ਰਾਪਤ ਕੀਤਾ ਹੈ। ਅੰਤਰ ਨਿਰਮਲ, ਨਿਰਮਲ ਬਾਣੀ, ਗੁਰੂ ਕੀ ਬਾਣੀ ਨਿਰਮਲ ਹੈ ਤੇ ਅੰਦਰ ਵਸਣ ਕਰਕੇ ਅੰਦਰ ਜੋ ਹਿਰਦਾ ਮਨ ਹੈ ਉਹ ਵੀ ਨਿਰਮਲ ਹੋ ਗਿਆ। ਹਰ ਗੁਣ ਸਹਿਜੇ ਗਾਵਣਿਆ, ਸਹਿਜੇ ਹੀ ਸੁਤੇ ਸਿੱਧ ਹੀ, ਸ਼ਾਂਤੀ ਧਾਰ ਕੇ, ਸ਼ਾਂਤੀ 'ਚ ਰਹਿ ਕੇ ਤੇ ਗਿਆਨ ਅਵਸਥਾ 'ਚ ਮਾਨਸਿਕ ਡੋਲਤਾ 'ਚ ਰਹਿ ਕੇ ਉਹ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਸਿਮਰਤ ਸਾਸਤ ਵੇਦ ਵਖਾਣਾ। ਹੁਣ ਪੰਡਤ ਲੋਕ ਵਿਦਵਾਨ ਜਿਹੜੇ ਨੇ ਉਹਨਾਂ ਦੀ ਬਾਬਤ ਹਜ਼ੂਰ ਕਹਿੰਦੇ ਨੇ ਵੀ ਵਿਦਵਾਨ ਜਾਂ ਪੰਡਤ 27 ਸਿਮਰਤੀਆਂ, 6 ਸ਼ਾਸਤਰ, 4 ਵੇਦਾਂ ਨੂੰ ਪੜ੍ਹ ਕੇ ਵਿਖਾਣਾ, ਕਥਨ ਕਰਕੇ ਸੁਣਾਉਂਦਾ ਲੋਕਾਂ ਨੂੰ। ਪਰ ਭਰਮੇ ਭੂਲਾ ਤਤ ਨਾ ਜਾਣ। ਭਰਮ 'ਚ ਭੁੱਲਾ ਹੋਇਆ ਤਤ ਵਸਤੂ ਨੂੰ ਜਾਣਦਾ ਹੀ ਨਹੀਂ, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ। ਇਹ ਸਾਧ ਸੰਗਤ ਜੀ, ਜਿਹੜਾ ਕਈ ਸੱਜਣ ਐਸਾ ਪ੍ਰਚਾਰ ਹੋ ਰਿਹਾ ਵੀ ਬਾਣੀ ਵੈਸੇ ਪੜ੍ਹੀ ਜਾਣ ਦਾ ਕੋਈ ਲਾਭ ਨਹੀਂ, ਬਾਣੀ ਨੂੰ ਸਮਝਣ ਦੀ ਲੋੜ ਹੈ। ਤਾਂ ਫਿਰ ਗੁਰਮੁਖ ਪਿਆਰਿਓ, ਇਹ ਜਿਹੜੇ ਪੰਡਤ ਲੋਕ ਸੀ, ਗਿਆਨ ਇਹਨਾਂ ਕੋਲ ਵੀ ਬੜਾ ਸੀ। ਜਿਹੜਾ ਸਿਮਰਤੀਆਂ, ਸ਼ਾਸਤਰ, ਵੇਦ ਨੇ, ਗਿਆਨ ਉਹਨਾਂ 'ਚੋਂ ਵੀ ਬੜਾ ਮਿਲ ਜਾਂਦਾ। ਦਿਮਾਗੀ ਤੌਰ 'ਤੇ ਗਿਆਨ ਪ੍ਰਾਪਤ ਕਰਨਾ, ਬੁੱਝਣਾ, ਸਮਝਣਾ ਹੋਰ ਗੱਲ ਹੈ, ਪਰ ਮਨ ਕਰਕੇ ਉਸ ਨੂੰ ਬੁੱਝ ਲੈਣਾ, ਸਮਝ ਲੈਣ ਦਾ ਮਤਲਬ ਹੈ ਕਿ ਮਨ ਵਿੱਚ ਵਸ ਜਾਣਾ ਤੇ ਉਹਦੇ ਅਨੁਸਾਰ ਜੀਵਨ ਹੋ ਜਾਣਾ। ਇਹ ਹੈ ਜਿਹੜਾ ਬਚਨ ਆਉਂਦਾ ਨਾ, ਪਾਠ ਪੜ੍ਹਿਆ ਨਾ ਬੂਝੇ ਭੇਖੀ ਭਰਮ ਭੁਲਾਏ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਉਹ ਬੁੱਝਣਾ ਦਿਮਾਗੀ ਤੌਰ 'ਤੇ ਬੁੱਝਣਾ ਨਹੀਂ, ਦਿਮਾਗੀ ਤੌਰ 'ਤੇ ਅਰਥ ਤੇ ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤੀਆਂ ਦੇ ਬੜਿਆਂ ਨੇ ਜਾਣੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਅਰਥ ਪੜ੍ਹ ਸਕੀਦੇ ਨੇ, ਮਹਾਰਾਜ ਦੀ ਬਾਣੀ 'ਚ ਕੀ ਲਿਖਿਆ, ਕੀ ਮਹਾਰਾਜ ਉਪਦੇਸ਼ ਦਿੰਦੇ ਨੇ। ਪਰ ਜਦੋਂ ਤੱਕ ਮਨ ਨਾ ਪਕੜੇ, ਮਨ ਪਕੜ ਕੇ ਉਹਦੇ ਅਨੁਸਾਰ ਨਾ ਹੋ ਜਾਏ, ਜਿਵੇਂ ਕਿਸੇ ਵਕਾਰ ਬਾਰੇ ਹੀ ਹੈ, ਲਾਲਚ ਬਾਰੇ ਹੀ ਹੈ, ਲਾਲਚ ਛੱਡ ਆਉਂਦੇ ਹੋ, ਲਾਲਚ ਦੁੱਖ ਭਾਰੀ। ਅਤੇ ਕੀ ਜਿਹਨਾਂ ਨੂੰ ਅਰਥ ਆਉਂਦੇ ਇਸ ਵਚਨ ਦੇ, ਉਹਨਾਂ ਦੇ ਅੰਦਰੋਂ ਲਾਲਚ ਮਰ ਗਿਆ। ਜੇ ਨਹੀਂ ਮਰਿਆ ਤਾਂ ਫਿਰ ਬੁੱਝਿਆ ਨਹੀਂ। ਸੋ ਇਸ ਪ੍ਰਕਾਰ ਬੁੱਝਣਾ ਇਹ ਚੀਜ਼ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਵੀ ਪੰਡਤ ਵਿਦਵਾਨ ਕੋਈ ਵੀ ਸਿਮਰਤੀਆਂ, ਸ਼ਾਸਤਰ, ਵੇਦਾਂ ਨੂੰ ਵਿਖਾਣਾ, ਕਥਨ ਕਰਦਾ, ਸੁਣਾਉਂਦਾ, ਪਰ ਆਪ ਭਰਮ ਕਰਕੇ ਭੁੱਲਾ ਹੋਇਆ, ਤਤ ਨਾ ਜਾਣਾ। ਜਿਹੜਾ ਤਤ ਹੈ ਗਿਆਨ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜੋ ਉਸ ਦੀ ਮਹਿਮਾ ਨੂੰ ਜਾਣਦਾ ਹੀ ਨਹੀਂ। ਬਿਨ ਸਤਿਗੁਰ ਸੇਵੇ ਸੁਖ ਨਾ ਪਾਏ। ਬਿਨਾਂ ਸੱਚੇ ਗੁਰਾਂ ਦੀ ਸੇਵਾ ਕਰਨ ਤੋਂ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ। ਗੁਰਾਂ ਦੀ ਟਹਿਲ ਕਰਨ ਤੋਂ ਬਗੈਰ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਤੋਂ ਬਗੈਰ, ਆਖੇ ਲੱਗਣ ਤੋਂ ਬਗੈਰ, ਸਤਿਗੁਰੂ ਦੀ ਸ਼ਰਨ ਆਉਣ ਤੋਂ ਬਗੈਰ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਦੁੱਖੋ ਦੁੱਖ ਕਮਾਵਣਿਆ। ਉਹ ਜੋ ਕੁਛ ਵੀ ਕਮਾਈ ਕਰਦਾ ਨਾ, ਕਮਾਉਂਦਾ, ਉਹ ਦੁੱਖ ਹੀ ਦੁੱਖ ਕਮਾ ਰਿਹਾ ਹੈ। ਆਪ ਕਰੇ ਕਿਸ ਆਖੈ ਕੋਈ। ਹੁਣ ਮਹਾਰਾਜ ਕਹਿੰਦੇ ਨੇ ਆਪ ਹੀ ਪਰਮੇਸ਼ਰ ਕਰਨ ਵਾਲਾ ਸਭ ਕੁਝ। ਕਿਸ ਨੂੰ ਕੌਣ ਕੋਈ ਆਖ ਸਕਦਾ ਵੀ ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ। ਮਹਾਰਾਜ ਕਹਿੰਦੇ ਕਿੱਦਾਂ ਕਹਿ ਦਈਏ, ਕਿਸ ਨੂੰ ਕੋਈ ਆਖ ਸਕਦਾ ਬੁਰਾ ਭਲਾ। ਆਪ ਹੀ ਪਰਮੇਸ਼ਰ ਸਾਰੀ ਕੁਦਰਤ ਅੰਦਰ ਵਸਿਆ ਹੋਇਆ। ਆਖਣ ਜਾਈਏ ਜੇ ਭੁੱਲਾ ਹੋਈ। ਆਖਣ ਤਾਂ ਜਾਈਏ ਨਾ, ਉਪਦੇਸ਼ ਦੇਣ ਤਾਂ ਜਾਈਏ ਜੇ ਭੁੱਲਾ ਹੋਇਆ ਹੋਵੇ ਤਾਂ। ਆਪ ਕੋਈ ਨਹੀਂ ਭੁੱਲਾ, ਆਪੋ ਕੋਈ ਮਿਲਿਆ ਨਾ ਭੁੱਲਾ। ਆਪ ਨੇ ਸੋ ਭੁੱਲਾ ਜੈਸੇ ਆਪ ਭੁਲਾਇਆ। ਸੋ ਇਸ ਪ੍ਰਕਾਰ ਭੁੱਲਾ ਹੋਈ ਜਿਹਨੂੰ ਪਰਮੇਸ਼ਰ ਨੇ ਭੁਲਾ ਦਿੱਤਾ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਕਿ ਆਪੇ ਕਰੇ, ਆਪ ਹੀ ਕਰਨ ਵਾਲਾ ਪੈਦਾ ਸਾਰੇ ਸੰਸਾਰ ਨੂੰ। ਸਾਰੇ ਕਾਰੋਮਦਾਰ ਕਰਾਉਂਦਾ ਵੀ ਆਪ ਹੀ ਹੈ। ਨਾਮੇ ਨਾਮ ਸਮਾਵਣਿਆ। ਜਿਨ੍ਹਾਂ ਨੂੰ ਨਾਮ 'ਚ ਲਾਇਆ, ਉਹ ਨਾਮ 'ਚ ਲੱਗੇ ਹੋਏ ਨਾਮੀ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਨੇ। ਨਾਮ 'ਚ ਲੱਗਿਆ ਹੋਇਆ ਵਿਅਕਤੀ ਨਾਮ ਜਪਦਾ ਜਪਦਾ ਨਾਮ ਦੁਆਰਾ ਨਾਮੀ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਹੈ।
ਕਹਿਣ ਤੋਂ ਭਾਵ ਹੈ ਸਤਿਗੁਰਾਂ ਦਾ ਭਈ ਹੰਗਤਾ ਛੱਡ ਕੇ ਸ਼ਰਨ ਪੈ ਕੇ ਰਹਿਣਾ ਚਾਹੀਦਾ ਕਰਤਾਰ ਦੀ, ਤੇ ਦੂਜਿਆਂ ਵੱਲ ਨਹੀਂ ਵੇਖਣਾ ਚਾਹੀਦਾ ਦੂਜੇ ਕੀ ਕਰਦੇ ਆ। ਸੋ ਹਉਮੈ ਛੱਡ ਕੇ ਇਸ ਪ੍ਰਕਾਰ ਜਿਵੇਂ ਬਚਨਾ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖਿਆ ਅੰਦਰ ਪਾਈ। ਜੇ ਸ਼ੁਭ ਕੁਛ ਕਰਮ ਕੀਤਾ ਤੇ ਵਾਹਿਗੁਰੂ ਨੂੰ ਅਰਪਣ ਕਰਨਾ ਹੈ ਕਿ ਵਾਹਿਗੁਰੂ ਨੇ ਕਰਾਇਆ ਸੀ, ਉਹਦਾ ਧੰਨਵਾਦ ਹੈ। ਤੇ ਜੇ ਬੁਰਾ ਹੋਇਆ ਤੇ ਆਪਣੇ ਤੇ ਲੈਣਾ ਕਿ ਸਾਨੂੰ ਬਖਸ਼ ਦੇ ਵਾਹਿਗੁਰੂ, ਇੰਝ ਸ਼ਰਨ ਪੈ ਕੇ ਰਹਿਣਾ। ਮਾਝ ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਮਹਾਰਾਜ ਅਸ਼ਟਪਦੀ ਉਚਾਰਨ ਕਰਦੇ ਨੇ। ਆਪੇ ਰੰਗੇ ਸਹਿਜ ਸੁਭਾਏ। ਪਰਮਾਤਮਾ ਆਪ ਹੀ ਜਿਸ ਨੂੰ ਰੰਗਦਾ ਉਹ ਰੰਗਿਆ ਜਾਂਦਾ। ਸਹਿਜ ਗਿਆਨ ਵਿੱਚ ਸੁਭਾਅ ਇਹੋ ਜਿਹਾ ਬਣਾ ਦਿੰਦਾ ਪਰਮੇਸ਼ਰ ਗਿਆਨ ਵਾਲਾ। ਸਹਿਜ ਤੇ ਸੁਭਾਏ ਪ੍ਰੇਮ ਦੇ ਸਹਿਤ ਹੋ ਕੇ ਆਪ ਹੀ ਰੰਗਦਾ ਜਿਸ ਨੂੰ ਵੀ ਰੰਗਦਾ। ਗੁਰ ਕੈ ਸ਼ਬਦ ਹਰ ਰੰਗ ਚੜਾਏ। ਤੇ ਵਸੀਲਾ ਤਰੀਕਾ ਕੀ ਹੈ ਵਾਹਿਗੁਰੂ ਦੇ ਪਾਸ ਜਿਹੜਾ ਰੰਗਦਾ ਆਪਣੇ ਭਗਤਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ। ਹਰੀ ਪਰਮੇਸ਼ਰ ਆਪਣੇ ਨਾਮ ਦਾ ਰੰਗ ਪ੍ਰੇਮ ਚਾੜ ਦਿੰਦਾ ਹੈ। ਮਨ ਤਨ ਰੱਤਾ ਰਸਨਾ ਰੰਗ ਚਲੂਲੀ। ਫਿਰ ਉਸ ਗੁਰਮੁਖ ਦਾ ਜਿਹਦੇ ਤੇ ਆਪ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ ਨਾ, ਆਪ ਰੰਗਣਾ ਚਾਹਿਆ ਤੇ ਉਸ ਦਾ ਮਨ ਵੀ ਰੱਤਾ ਗਿਆ, ਉਹਦਾ ਤਨ ਵੀ ਰੱਤਾ ਗਿਆ, ਇੰਦਰੇ ਵੀ ਅੱਖਾਂ ਵੀ ਪਰਮੇਸ਼ਰ ਦੀ ਜੋਤ ਨੂੰ ਸਾਰੇ ਤੱਕਦੀਆਂ, ਕੰਨ ਵੀ ਜੇਤਾ ਪੇਖਣ ਤੇਤਾ ਧਿਆਨ, ਜੇਤਾ ਸੁਣਨਾ ਤੇਤਾ ਨਾਮ। ਸੋ ਕੰਨਾਂ ਦੁਆਰਾ ਵੀ ਵਾਹਿਗੁਰੂ ਦਾ ਨਾਮ ਹੀ ਮਨ ਨੂੰ ਸੁਣਦਾ ਹੈ। ਤੇ ਇਸ ਪ੍ਰਕਾਰ ਮਨ ਤੇ ਤਨ ਇੰਦਰੇ ਤੇ ਮਨ ਇਹ ਰੱਤਾ ਗਿਆ ਪਰਮੇਸ਼ਰ ਵਿੱਚ। ਰਸਨਾ ਰੰਗ ਚਲੂਲੀ। ਸੋ ਜਿਹੜੀ ਰਸਨਾ ਅਜੀਬ ਹੈ ਨਾ ਜਿਹੜੀ, ਇਹ ਵੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਚਲੂਲੀ ਗਾੜੇ ਰੰਗ ਵਾਲੀ ਹੋ ਗਈ ਹੈ। ਭੈ ਭਾਏ ਰੰਗ ਚੜਾਵਣਿਆ। ਭੈ ਡਰ ਵਾਹਿਗੁਰੂ ਦਾ ਅਦਬ ਤੇ ਭਾਏ ਪ੍ਰੇਮ। ਇਹ ਡਰ ਅਦਬ ਦਾ ਤੇ ਪ੍ਰੇਮ ਦਾ ਰੰਗ ਚੜਾਉਣ ਵਾਲਾ ਪਰਮੇਸ਼ਰ ਆਪਣੇ ਪਿਆਰਿਆਂ ਨੂੰ। ਹਉ ਵਾਰੀ ਜੀਉ ਵਾਰੀ। ਮੈਂ ਵਾਰਨੇ ਸਦਕੇ। ਮੈਂ ਆਪਣੀ ਜਿੰਦ ਵਾਰ ਦਿਆਂ। ਕੌਣ ਜੀ? ਨਿਰਭਉ ਮਨ ਵਸਾ ਬਣਿਆ। ਜਿਨ੍ਹਾਂ ਨੇ ਨਿਰਭਉ ਸਰੂਪ ਪਰਮੇਸ਼ਰ ਨੂੰ ਮੰਨ ਲਿਆ ਗੁਰਾਂ ਤੋਂ ਸੁਣ ਕੇ ਤੇ ਮੰਨ ਕੇ ਹਿਰਦੇ 'ਚ ਵਸਾ ਲਿਆ ਹੈ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ। ਗੁਰਾਂ ਦੀ ਕਿਰਪਾ ਜਿਨ੍ਹਾਂ ਤੇ ਹੋਈ ਉਹਨਾਂ ਨੇ ਹਰੀ ਨਿਰਭਉ ਪਰਮੇਸ਼ਰ ਦਾ ਧਿਆਨ ਕੀਤਾ, ਸਿਮਰਿਆ ਆਰਾਧਿਆ ਹੈ। ਬਿਖ ਭੌਜਲ ਸ਼ਬਦ ਤਰਾਵਣਿਆ। ਬਿਖ ਜ਼ਹਿਰਵਤ ਭਉ ਡਰ ਦਾ ਪਾਣੀ ਜਿਹਦੇ 'ਚ ਭਰਿਆ ਹੋਇਆ ਸੰਸਾਰ 'ਚ। ਇਸ ਬਿਖਵਤ ਜ਼ਹਿਰ ਰੂਪ ਭਵਜਲ ਸੰਸਾਰ ਤੋਂ ਸ਼ਬਦ ਤਰਾਵਣਿਆ। ਸੋ ਸ਼ਬਦ ਵਿੱਚ ਜੁੜ ਕੇ ਹੀ ਤਾਰਿਆ ਹੈ ਪਰਮੇਸ਼ਰ ਨੇ ਜਿਨ੍ਹਾਂ ਨੂੰ ਤਾਰਿਆ। ਸ਼ਬਦ ਤਰਾਵਣਿਆ, ਸ਼ਬਦ ਵਿੱਚ ਜੁੜ ਕੇ ਜਿਹੜੇ ਆਪ ਤਰੇ ਹੋਰ ਉਹਨਾਂ ਨੂੰ ਤਰਾਉਂਦੇ ਹਨ, ਤਾਰਦੇ ਆ ਸੰਸਾਰ ਤੋਂ, ਉਹਨਾਂ ਤੋਂ ਬਲਿਹਾਰ ਜਾਈਏ। ਰਹਾਓ ਮਨਮੁਖ ਮੁਗਧ ਕਰਹਿ ਚਤੁਰਾਈ। ਮਨ ਦੇ ਪਿੱਛੇ ਲੱਗਣ ਵਾਲੇ ਮੁਗਧ ਮੂਰਖ ਹਨ। ਮਹਾਰਾਜ ਕਹਿੰਦੇ ਉਹ ਮੂਰਖਤਾਈ ਵਿੱਚ ਬੜੀਆਂ ਚਤੁਰਾਈਆਂ ਕਰਦੇ ਆ। ਜਿਹੜਾ ਪਰਮੇਸ਼ਰ ਦੇ ਨਾਮ ਤੋਂ ਭੁੱਲਿਆ ਹੋਇਆ ਨਾਸਤਕ ਹੈ, ਸੋ ਉਹ ਚਤੁਰਾਈ ਉਹਦੇ ਵਿੱਚ ਬੜੀ ਹੁੰਦੀ ਹੈ, ਬੜੀਆਂ ਦਲੀਲਾਂ ਹੁੰਦੀਆਂ। ਔਰ ਨਾਸਤਕ ਜਿਵੇਂ ਅੱਗੇ ਬੇਨਤੀ ਕੀਤੀ, ਕੇਸ਼ਵ ਚੰਦਰ ਵਰਗੇ ਜਿਹੜੇ ਹਨ ਕਾਮਰੇਡ, ਕਮਿਊਨਿਸਟ, ਨਾਸਤਕ, ਪਰਮੇਸ਼ਰ ਨੂੰ ਨਾ ਮੰਨਣ ਵਾਲੇ, ਦਲੀਲਾਂ ਤਾਂ ਉਹਨਾਂ ਪਾਸ ਵੀ ਬੜੀਆਂ। ਤੇ ਕੱਚੇ ਹਿਰਦਿਆਂ ਵਾਲੇ ਜਿਹੜੇ ਆਸਤਕ ਹੈ, ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀ ਗੱਲ ਸੁਣ ਕੇ, ਵਿਚਾਰ ਦਲੀਲ ਸੁਣ ਕੇ ਡੋਲ ਜਾਂਦੇ ਨੇ, ਹਿਰਦੇ ਥਿੜਕ ਜਾਂਦੇ, ਨਾਸਤਕ ਬਣ ਜਾਂਦੇ। ਅਨੇਕਾਂ ਨੂੰ ਨਾਸਤਕ ਬਣਾਇਆ ਇਹੋ ਜਿਹੇ ਲੋਕਾਂ ਨੂੰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਵੀ ਮਨਮੁਖ ਮੁਗਧ ਮੂਰਖ ਹਨ ਸਾਡੀ ਦ੍ਰਿਸ਼ਟੀ ਵਿੱਚ, ਪਰ ਚਤੁਰਾਈਆਂ ਬੜੀਆਂ ਕਰਦੇ ਨੇ। ਜਿਉ ਨਿਗੁਰਾ ਬਹੁ ਬਾਤਾਂ ਜਾਣੈ ਹਰਦਰ ਗਿਆ ਹੈ ਭ੍ਰਸ਼ਟੀ। ਨਿਗੁਰੇ ਲੋਕਾਂ ਨੂੰ ਬੜੀਆਂ ਗੱਲਾਂ ਆਉਂਦੀਆਂ ਹਨ, ਬੜੀਆਂ ਚਤੁਰਾਈਆਂ ਕਰਦੇ ਨੇ। ਨਹਾਤਾ ਧੋਤਾ ਥਾਏ ਨਾ ਪਾਈ। ਸੋ ਇਸ ਪ੍ਰਕਾਰ ਆਪਣੇ ਸਰੀਰ ਨੂੰ ਸਰੀਰਕ ਤੌਰ 'ਤੇ ਨਹਾਤਾ ਹੋਇਆ, ਧੋਤਾ ਹੋਇਆ, ਮਾਂਜਿਆ ਹੋਇਆ ਸਰੀਰ, ਉਹਦੇ ਇਹੋ ਜਿਹੇ ਕੀਤੇ ਕਰਮ ਜਿਹੜੇ ਆ ਨਾ, ਥਾਏ ਨਾ ਪਾਈ, ਉਹ ਥਾਏ ਨਹੀਂ ਪਾਏ ਜਾਂਦੇ ਹਨ, ਭਾਵ ਕਿ ਸਫਲੇ ਨਹੀਂ ਹਨ। ਹੈ ਮਨ ਦੇ ਪਿੱਛੇ ਲੱਗਣ ਵਾਲਾ, ਤੀਰਥਾਂ ਦੇ ਇਸ਼ਨਾਨ ਬੜੇ ਕਰਦਾ ਹੈ, ਧੋ ਪੂੰਝ ਕੇ ਸਾਫ਼ ਕਰਕੇ ਰੱਖਦਾ ਆਪਣੇ ਸਰੀਰ ਨੂੰ, ਤੇ ਇੰਜ ਥਾਏ ਨਹੀਂ ਪੈਂਦਾ। ਜਿਹਾ ਆਇਆ ਤੇਹਾ ਜਾਸੀ। ਉਹ ਜਿਹੋ ਜਿਹਾ ਖਾਲੀ ਆਇਆ ਸੀ ਦੁਨੀਆ 'ਤੇ, ਇਸੇ ਤਰ੍ਹਾਂ ਇਸ ਸੰਸਾਰ ਤੋਂ ਵੀ ਕੁਝ ਖੱਟ ਕੇ ਨਹੀਂ ਲੈ ਜਾਏਗਾ, ਇਸੇ ਤਰ੍ਹਾਂ ਦਾ ਖਾਲੀ ਚਲਿਆ ਜਾਏਗਾ। ਕਰ ਅਵਗੁਣ ਪਛੋਤਾਵਣਿਆ। ਅਵਗੁਣ ਕਰਕੇ ਫਿਰ ਉਹ ਪਛਤਾਪ ਹੀ ਕਰਦਾ ਜਾਏਗਾ ਇਸ ਦੁਨੀਆ ਤੋਂ। ਜਿਵੇਂ ਇੱਕ ਉਦਾਹਰਣ ਦਿੰਦੇ ਨੇ ਭਈ ਇੱਕ ਬਾਦਸ਼ਾਹ ਨੇ ਕਿਹਾ ਭਈ ਕੋਈ ਸਿਰੇ ਦਾ ਮੂਰਖ ਸਭ ਤੋਂ ਵੱਧ ਬੇਵਕੂਫ ਲੱਭ ਕੇ ਲਿਆਓ। ਅਤੇ ਜਿਸ ਵੇਲੇ ਲਿਆਂਦਾ ਗਿਆ ਬਹੁਤਾ ਬੇਵਕੂਫ ਸੀ ਉਹ,
ਤੇ ਉਸ ਦੇ ਗਲ ਵਿੱਚ ਸੁਨਹਿਰੀ ਮਾਲਾ ਸੀ ਬੜੀ ਮਹਿੰਗੀ, ਉਹ ਪਾ ਦਿੱਤੀ। ਤੇ ਫਿਰ ਜਦੋਂ ਉਹ ਮਰਨ ਵਾਲਾ ਹੋਇਆ ਨਾ, ਬਾਦਸ਼ਾਹ ਨੂੰ ਕੋਈ ਬਿਮਾਰੀ ਐਸੀ ਸੀ, ਤੇ ਜਿੱਥੇ ਹੋਰ ਲੋਕ ਆਏ ਉਹਨੂੰ ਵੇਖਣ ਵੀ ਮਿਲਣ ਲਈ, ਉਹ ਮੂਰਖ ਵੀ ਆ ਗਿਆ। ਤੇ ਮੂਰਖ ਨੇ ਗੱਲ ਕਹੀ ਭਈ ਬਾਦਸ਼ਾਹ ਸਲਾਮਤ ਜੀ, ਕੀ ਗੱਲ ਹੋਈ? ਕਹਿਣ ਲੱਗਾ ਵੀ ਮੂਰਖਾ ਕੀ ਦੱਸਾਂ, ਮੈਂ ਹੁਣ ਅਗਲੇ ਜਹਾਨ ਜਾਣ ਵਾਲਾ। ਕਹਿਣ ਲੱਗਾ ਅੱਛਾ, ਅਗਲੇ ਜਹਾਨ ਵਿੱਚ ਕੋਈ ਮੰਦਰ ਮਕਾਨ ਜਿਹੋ ਜਿਹੇ ਇੱਥੇ ਬਣਾਏ ਉਹੋ ਜਿਹੇ ਕੋਈ ਪ੍ਰਬੰਧ ਕੀਤਾ ਜਿੱਥੇ ਤੁਸੀਂ ਜਾਣਾ? ਕਹਿਣ ਲੱਗਾ ਵੀ ਨਹੀਂ ਬੇਵਕੂਫਾ, ਉੱਥੇ ਮੰਦਰ ਮਕਾਨ ਮਹਿਲ ਮਹਾੜੀਆਂ ਤਾਂ ਨਹੀਂ ਬਣ ਸਕੀਆਂ ਤੇ ਮੈਂ ਨਹੀਂ ਬਣਾ ਸਕਿਆ। ਅੱਛਾ, ਫਿਰ ਜਿਹੜੇ ਨਫਰ ਹਨ ਤੁਹਾਡੇ, ਸੇਵਕ ਹਨ, ਕਨੀਜ਼ ਹਨ, ਇਹ ਗੋਲੀਆਂ ਬੰਦੀਆਂ ਹਨ, ਬੜੇ ਨੌਕਰ ਚਾਕਰ ਹਨ, ਇਹਨਾਂ ਦੇ ਜਾਣ ਦਾ ਪ੍ਰਬੰਧ ਕੀਤਾ? ਕਹਿੰਦਾ ਨਹੀਂ। ਫਿਰ ਤੁਹਾਡੇ ਕੋਲ ਜਿਹੜੇ ਹੀਰੇ ਲਾਲ ਜਵਾਹਰਾਤ ਹਨ, ਫੌਜਾਂ ਹਨ, ਮਾਲ ਮਤਾ, ਇਹ ਨਹੀਂ ਨਾਲ ਲਿਜਾਣਾ? ਕਹਿਣ ਲੱਗਾ ਵੀ ਨਹੀਂ ਮੂਰਖਾ, ਇਹ ਕੁਛ ਵੀ ਮੇਰੇ ਨਾਲ ਨਹੀਂ ਜਾਣਾ। ਤੇ ਉਸਨੇ ਮਾਲਾ ਲਾ ਕੇ ਉਹਦੇ ਗਲ 'ਚ ਪਾਤੀ। ਕਹਿਣ ਲੱਗਾ ਫਿਰ ਸਭ ਤੋਂ ਵੱਡੇ ਬੇਵਕੂਫ ਤਾਂ ਬਾਦਸ਼ਾਹ ਜੀ ਤੁਸੀਂ ਨਿਕਲੇ। ਪਤਾ ਵੀ ਸੀ ਇੱਥੋਂ ਜਾਣਾ, ਪਰ ਪ੍ਰਬੰਧ ਅਗਲੇ ਜਹਾਨ ਦਾ ਕੋਈ ਨਾ ਕੀਤਾ। ਇਸ ਪ੍ਰਕਾਰ ਦੀ ਹਾਲਤ ਹੈ, ਕਹਿੰਦੇ ਜਿਹਾ ਆਇਆ ਤੇਹਾ ਜਾਸੀ। ਜਿਵੇਂ ਸਿਕੰਦਰ ਬਾਦਸ਼ਾਹ ਨੇ ਵੀ ਇਹੀ ਗੱਲ ਕਹੀ ਸੀ ਮਰਨ ਵੇਲੇ, ਵੀ ਮੇਰੇ ਕਫਨ ਤੋਂ ਹੱਥ ਪੈਰ ਬਾਹਰ ਹੋਣ, ਜਿੰਨੇ ਹੀਰੇ ਲਾਲ ਜਵਾਹਰਾਤ ਦੌਲਤ ਹੈ ਰਸਤੇ 'ਚ ਵਛਾਤੀ ਜਾਏ, ਹਕੀਮ ਵੈਦ ਸਾਰੇ ਦੋਹਾਂ ਪਾਸਿਆਂ ਦੇ ਖੜੇ ਕਰ ਦਿੱਤੇ ਜਾਣ ਤਾਂ ਕਿ ਦੁਨੀਆ ਨੂੰ ਪਤਾ ਲੱਗ ਜੇ ਨਾ ਹੀਰੇ ਲਾਲ ਜਵਾਹਰਾਤ ਮੈਨੂੰ ਬਚਾ ਸਕੇ, ਨਾਲ ਵੀ ਕੁਛ ਨਹੀਂ ਲੈ ਕੇ ਜਾ ਰਿਹਾ, ਇਹ ਵੈਦ ਹਕੀਮ ਵੀ ਨਹੀਂ ਬਚਾ ਸਕੇ, ਮੈਂ ਖਾਲੀ ਹੱਥ ਤੇ ਪੈਰਾਂ ਤੋਂ ਨੰਗਾ ਜਾ ਰਿਹਾ। ਇਸ ਪ੍ਰਕਾਰ ਮਾਰੇ ਕਹਿੰਦੇ ਖਾਲੀ ਜਾਏਗਾ। ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉਂ ਮੀਂਹ ਹਾਹੋ। ਜਿਵੇਂ ਟਿੱਬੇ ਦੇ ਉੱਪਰ ਪਿਆ ਮੀਂਹ, ਕਿਸੇ ਕੰਮ ਦਾ ਨਹੀਂ, ਉੱਥੇ ਪਾਣੀ ਦੀ ਬੂੰਦ ਨਹੀਂ ਠਹਿਰਦੀ। ਇਸੇ ਪ੍ਰਕਾਰ ਜਿਹੜਾ ਮਨਮੁਖ ਹੈ, ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਮਨਮੁਖ ਹੈ, ਟਿੱਬੇ ਦੇ ਵਾਂਗ ਜਿਹਾ ਆਇਆ ਤੇਹਾ ਜਾਸੀ, ਉਸੇ ਤਰ੍ਹਾਂ ਹੀ ਚਲਿਆ ਜਾਏਗਾ। ਕਰ ਅਵਗਣ ਪਛੋਤਾਵਣਿਆ, ਇਸ ਦੁਨੀਆ ਤੇ ਆ ਕੇ ਔਗਣ ਹੀ ਇਕੱਠੇ ਕੀਤੇ, ਔਗਣਾ ਕਰਕੇ ਪਛੋਤਾਵਾ ਹੀ ਰਹਿ ਗਿਆ ਪੱਲੇ। ਮਨਮੁਖ ਅੰਧੇ ਕਿਛੂ ਨਾ ਸੂਝੈ, ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਅੰਨੇ ਲੋਕ ਅਗਿਆਨੀ ਹਨ ਮਨਮੁਖ, ਉਹਨਾਂ ਨੂੰ ਕੁਛ ਨਹੀਂ ਸੁਝਦਾ ਹੈ। ਸੁਝਣਾ ਮਤਲਬ ਗਿਆਤ ਪ੍ਰਾਪਤ ਹੋਣੀ, ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ, ਕੁਛ ਵੀ ਨਹੀਂ ਪਤਾ। ਮਰਨ ਲਿਖਾਏ ਆਏ ਨਹੀਂ ਬੂਝੈ, ਮਰਨਾ ਮੌਤ ਲਿਖਾ ਕੇ ਇਸ ਦੁਨੀਆ ਤੇ ਆਏ ਨੇ, ਤੇ ਇੱਥੇ ਜਿਹੜਾ ਜੀਵਨ ਪ੍ਰਾਪਤ ਹੁੰਦਾ ਇਹ ਕਾਹਦੇ ਵਾਸਤੇ, ਇਹ ਨਹੀਂ ਬੁੱਝਦਾ ਮਨਮੁਖ। ਮੌਤ ਤੇ ਲਿਖਾ ਕੇ ਆਇਆ ਹੀ ਹੈ ਸਭ ਕੋਈ, ਤੇ ਇਸ ਪ੍ਰਕਾਰ ਆਤਮਕ ਮੌਤੇ ਮਰਨਾ ਵੀ ਲਿਖਾ ਕੇ ਆਏ ਆ ਮਨ ਨੂੰ। ਉਹਨਾਂ ਨੂੰ ਬੁੱਝਦਾ ਹੀ ਕੁਛ ਨਹੀਂ, ਸਮਝਦਾ ਹੀ ਕੁਛ ਨਹੀਂ ਹੈ ਵੀ ਕਾਹਦੇ ਵਾਸਤੇ ਆਏ ਆ। ਮਨਮੁਖ ਕਰਮ ਕਰੇ ਨਹੀਂ ਪਾਏ, ਮਨ ਦੇ ਪਿੱਛੇ ਲੱਗ ਕੇ ਮਨਮੁਖਾਂ ਵਾਲੇ ਜਿਹੜੇ ਕਰਮ ਉਹ ਕਰਦਾ, ਇਹ ਕਰਮ ਕਮਾ ਕੇ ਉਹ ਵਾਹਿਗੁਰੂ ਨੂੰ ਨਹੀਂ ਪਾ ਸਕਦਾ। ਬਿਨ ਨਾਵੈ ਜਨਮ ਗਵਾਵਣਿਆ, ਸ਼ੁਭ ਗੁਣਾ ਰੂਪੀ ਧਨ ਵੀ ਨਹੀਂ ਪ੍ਰਾਪਤ ਕਰਦਾ ਜਿਹਦੇ ਨਾਲ ਜੀਵਨ ਸਫਲਾ ਹੋਣਾ। ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਗੈਰ ਮਨੁੱਖਾ ਜਨਮ ਇੰਝ ਹੀ ਗਵਾ ਗਿਆ ਉਹ। ਸੱਚ ਕਰਨੀ ਸ਼ਬਦ ਹੈ ਸਾਰ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸੱਚ ਸਰੂਪ ਵਾਹਿਗੁਰੂ ਦੇ ਨਾਲ ਜਿਹੜਾ ਜੁੜਨਾ ਹੈ, ਗੁਰੂ ਦੇ ਸ਼ਬਦ ਨਾਲ ਜਿਹੜਾ ਜੁੜਨਾ ਹੈ, ਇਹ ਸਾਰ ਸ੍ਰੇਸ਼ਟ ਕਰਨੀ ਹੈ। ਸੱਚੇ ਨਾਮ ਦੁਆਰਾ, ਸਤਿਗੁਰੂ ਦੇ ਸੱਚੇ ਸ਼ਬਦ ਦੁਆਰਾ ਸੱਚ ਸਰੂਪ ਪਰਮੇਸ਼ਰ ਦੇ ਨਾਮ ਨਾਲ ਜੁੜਨਾ, ਇਹ ਜਿਹੜੀ ਕਰਨੀ ਕਮਾਈ ਹੈ, ਇਹ ਸਾਰ ਸ੍ਰੇਸ਼ਟ ਕਰਨੀ ਹੈ। ਪੂਰੇ ਗੁਰ ਪਾਈਐ ਮੋਖ ਦੁਆਰ, ਪੂਰਿਆਂ ਗੁਰਾਂ ਦੇ ਚਰਨਾਂ ਨਾਲ ਜੁੜ ਕੇ ਪੂਰਿਆਂ ਗੁਰਾਂ ਦੁਆਰਾ ਮੁਕਤੀ ਦਾ ਦਰਵਾਜ਼ਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰ ਲਈਦਾ। ਅਣਦਿਨ ਬਾਣੀ ਸ਼ਬਦ ਸੁਣਾਏ, ਜਿਸ ਦੇ ਤਾਈਂ ਐਸੀ ਦਾਤ ਮਿਲੀ ਉਹ ਫਿਰ ਰਾਤ ਦਿਨ ਗੁਰੂ ਕੀ ਬਾਣੀ, ਗੁਰੂ ਦੇ ਸ਼ਬਦ ਨੂੰ ਸੁਣਾਉਂਦਾ ਹੈ। ਸੱਚ ਰਾਤੇ ਰੰਗ ਰੰਗਾਵਣਿਆ, ਸੱਚ ਸਰੂਪ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੱਤੇ ਹੋਏ, ਸੋ ਆਪ ਰੰਗੇ ਹੋਏ ਹੋਰਨਾਂ ਨੂੰ ਰੰਗਾਉਂਦੇ ਹਨ, ਰੰਗ ਦਿੰਦੇ ਹਨ। ਰਸਨਾ ਹਰ ਰਸ ਰਾਤੀ ਰੰਗ ਲਾਏ, ਉਸ ਗੁਰਮੁਖ ਦੀ ਜਾਂ ਉਹਨਾਂ ਗੁਰਮੁਖਾਂ ਦੀ ਜਿਹੜੀ ਰਸਨਾ ਜੀਭ ਹੈ, ਹਰੀ ਦੇ ਪ੍ਰੇਮ ਰਸ ਵਿੱਚ ਰੱਤੀ ਹੋਈ, ਰੰਗ ਲਾ ਕੇ, ਪ੍ਰੇਮ ਦਾ ਰੰਗ ਲਾ ਕੇ ਉਹ ਇਸ ਤਰ੍ਹਾਂ ਰੰਗੀ ਹੋਈ ਹੈ। ਤੇ ਮਨ ਤਨ ਮੋਹਿਆ ਸਹਿਜ ਸੁਭਾਏ, ਉਹਨਾਂ ਗੁਰਮੁਖਾਂ ਦਾ ਮਨ ਵੀ ਮੋਹਿਆ ਹੋਇਆ ਪਰਮੇਸ਼ਰ ਵਿੱਚ, ਤਨ ਵੀ, ਇੰਦਰੇ, ਮਨ, ਸਰੀਰ ਸਭ ਮੋਹਿਆ ਹੋਇਆ। ਸਹਿਜੇ ਹੀ ਗਿਆਨ ਦੁਆਰਾ ਸੁਭਾਅ ਬਣ ਗਿਆ ਹੈ ਵਾਹਿਗੁਰੂ ਦੇ ਸਿਮਰਨ ਵਾਲਾ। ਸਹਿਜ ਗਿਆਨ ਦੁਆਰਾ ਮਾਨਸਿਕ ਡੋਲਤਾ ਵਾਲੀ ਅਵਸਥਾ 'ਚ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ ਮਨ ਤੇ ਤਨ ਦੋਵੇਂ ਮੋਹੇ ਹੋਏ ਨੇ। ਸਹਿਜੇ ਪ੍ਰੀਤਮ ਪਿਆਰਾ ਪਾਇਆ,
ਭਗਤਾਂ ਦੇ ਪ੍ਰੀਤ ਕਰਨ ਜੋ ਪਿਆਰਾ ਤੇ ਪ੍ਰੀਤਮ ਹੈ ਵਾਹਿਗੁਰੂ, ਇੰਜ ਗਿਆਨ ਵਿੱਚ ਪਹੁੰਚ ਕੇ ਉਹਨਾਂ ਨੇ ਪਾਇਆ ਪਾ ਲਿਆ ਹੈ। ਸਹਿਜੇ ਸਹਿਜ ਮਿਲਾਵਣਿਆ, ਸਹਿਜੇ ਆਤਮਿਕ ਅਡੋਲਤਾ, ਸਹਿਜ ਚੌਥੇ ਪਦ ਵਿੱਚ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਮਿਲਾਉਣ ਵਾਲਾ ਹੈ ਉਹਨਾਂ ਨੂੰ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਜਿਸ ਦੇ ਅੰਦਰ ਹਿਰਦੇ 'ਚ ਰੰਗ ਪ੍ਰੇਮ ਹੈ ਨਾ ਵਾਹਿਗੁਰੂ ਦਾ, ਉਹੀ ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਉਂਦਾ, ਪਰਮਾਤਮਾ ਦੀਆਂ ਖੂਬੀਆਂ ਦਾ ਵਰਣਨ ਕਰਦਾ, ਰੱਬ ਦਾ ਜਸ ਗਾਉਂਦਾ ਹੈ। ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਹਿਜੇ ਸੁਤੇ ਹੀ ਸਹਿਜੇ ਗਿਆਨ ਅਵਸਥਾ 'ਚ ਤੇ ਸੁਖ ਦੇ ਵਿੱਚ ਸਮਾ ਜਾਂਦਾ। ਸੁਖ ਸਰੂਪ ਪਰਮੇਸ਼ਰ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਹਉ ਬਲਿਹਾਰੀ ਸਦਾ ਤਿਨ ਵਿਟੋਂ, ਮੈਂ ਤਿਨਾਂ ਤੋਂ ਗੁਰਮੁਖਾਂ ਤੋਂ ਸਦਾ ਵਾਸਤੇ ਬਲਿਹਾਰ ਕੁਰਬਾਨ ਜਾਵਾਂ, ਆਪਣਾ ਬਲ ਹਾਰਦਿਆਂ ਉਹਨਾਂ ਦੇ ਅੱਗੇ। ਗੁਰ ਸੇਵਾ ਚਿੱਤ ਲਾਵਣਿਆ, ਜਿਨ੍ਹਾਂ ਨੇ ਗੁਰਾਂ ਦੀ ਸੇਵਾ 'ਚ ਆਪਣਾ ਚਿੱਤ ਲਾਇਆ ਹੋਇਆ ਹੈ। ਸੱਚਾ ਸੱਚੋ ਸੱਚ ਭਤੀਜਾ, ਪਰਮੇਸ਼ਰ ਪਿੱਛੇ ਵੀ ਸੱਚ ਸਰੂਪ ਸੀ, ਹੁਣ ਵੀ ਸੱਚ ਹੈ, ਤੇ ਉਹ ਸੱਚ ਤੇ ਭਤੀਜਦਾ ਹੈ, ਪਤਿਆਉਂਦਾ ਪਰਮੇਸ਼ਰ, ਉਹਨੂੰ ਸੱਚ ਹੀ ਭਾਵ ਚੰਗਾ ਲੱਗਦਾ। ਗੁਰ ਪ੍ਰਸਾਦੀ ਅੰਦਰ ਭੀਜੈ, ਤੇ ਜਿਹੜੇ ਗੁਰਾਂ ਦੀ ਕਿਰਪਾ ਵਾਲੇ ਹਨ ਉਹਨਾਂ ਦਾ ਮਨ ਅੰਦਰ ਜਿਹੜਾ ਭਿੱਜ ਜਾਂਦਾ ਸੱਚੇ ਸਰੂਪ ਪਰਮੇਸ਼ਰ ਵਿੱਚ। ਬੈਸ ਸੁਥਾਨ ਹਰ ਗੁਣ ਗਾਵਹਿ, ਸੁਥਾਨ ਸ੍ਰੇਸ਼ਟ ਜਗ੍ਹਾ 'ਤੇ ਬੈਠ ਕੇ, ਸਤ ਸੰਗਤ ਰੂਪੀ ਜਗ੍ਹਾ 'ਚ ਬੈਠ ਕੇ, ਤੇ ਸੁਥਾਨ ਜਿਹੜਾ ਸ੍ਰੇਸ਼ਟ ਹਿਰਦਾ ਸ਼ੁੱਧ ਕੀਤਾ ਹੋਇਆ ਹਿਰਦਾ, ਉਸ ਹਿਰਦੇ ਦੇ ਅੰਦਰ ਬੈਠੇ ਹੋਏ ਹਰ ਗੁਣ ਗਾਵ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਆਪੇ ਕਰ ਸਤ ਮਨਾਵਣਿਆ, ਆਪ ਹੀ ਪਰਮੇਸ਼ਰ ਅਕਾਲ ਪੁਰਖ ਆਪਣੇ ਆਪ ਨੂੰ ਸਤ ਕਰਕੇ ਮਨਾ ਲੈਂਦਾ। ਭਾਵ ਇਹ ਗਿਆਨ ਮੰਨਣਾ ਸਤ ਦਾ, ਇਹ ਬਖਸ਼ਿਸ਼ ਵਾਹਿਗੁਰੂ ਕਰਦਾ ਭਈ ਉਹ ਸੱਚ ਨੂੰ ਮੰਨ ਲੈਂਦੇ ਹਨ। ਜਿਸ ਨੂੰ ਨਦਰ ਕਰੇ ਸੋ ਪਾਏ, ਜਿਸ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰੇ, ਉਹ ਹੀ ਪ੍ਰਾਪਤ ਕਰਦਾ ਇਸ ਗਿਆਨ ਨੂੰ। ਗੁਰ ਪ੍ਰਸਾਦੀ ਹਉਮੈ ਜਾਏ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਚਲੀ ਜਾਂਦੀ ਹੈ। ਨਾਨਕ ਨਾਮ ਵਸੈ ਮਨ ਅੰਤਰ, ਸਤਿਗੁਰੂ ਅਮਰਦਾਸ ਤੀਜੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਮਨ ਅੰਦਰ ਵਸ ਜਾਂਦਾ ਹੈ। ਦਰ ਸੱਚਾ ਸੋਭਾ ਪਾਵਣਿਆ, ਵਾਹਿਗੁਰੂ ਦੇ ਸੱਚੇ ਦਰਬਾਰ ਅੰਦਰ ਉਹ ਗੁਰਮੁਖ ਪਿਆਰੇ ਸੋਭਾ ਪ੍ਰਾਪਤ ਕਰਦੇ ਹਨ। ਮਾਝ ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਤੀਜੇ ਪਾਤਸ਼ਾਹ ਅਗਲੀ ਅਸ਼ਟਪਦੀ ਵਿਚਾਰਦੇ ਨੇ। ਸਤਿਗੁਰ ਸੇਵਿਆ ਵੱਡੀ ਵਡਿਆਈ, ਸਤਿਗੁਰੂ ਮਹਾਰਾਜ ਦਾ ਸਿਮਰਨ ਕਰਨ ਕਰਕੇ, ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਰਨ ਕਰਕੇ, ਸਤਿਗੁਰੂ ਦੀ ਸ਼ਰਨ 'ਚ ਆਉਣ ਕਰਕੇ ਜਿਹੜੀ ਵਡਿਆਈ ਮਿਲਦੀ ਆ ਉਹ ਬਹੁਤ ਵੱਡੀ ਹੈ, ਬਹੁਤ ਵੱਡੀ ਇੱਜ਼ਤ ਪ੍ਰਾਪਤ ਹੁੰਦੀ ਹੈ ਦੋਵਾਂ ਜਹਾਨਾਂ ਦੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ ਨਾ, ਹਰੀ ਪ੍ਰਮਾਤਮਾ ਨੇ ਉਹਨਾਂ ਦੀ ਪੂਜਾ ਕਰਾਈ ਹੈ। ਹਰ ਜੀ ਅਚਿੰਤ ਵਸੈ ਮਨ ਆਈ, ਸੋ ਇਸ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਹਰੀ ਪ੍ਰਮਾਤਮਾ ਅਕਾਲ ਪੁਰਖ ਜੀ ਅਚਿੰਤ ਹੀ ਅਚਨਚੇਤ ਹੀ ਮਨ ਵਿੱਚ ਆ ਕੇ ਵਸ ਜਾਂਦੇ ਨੇ। ਜੋ ਹਰੀ ਅਚਿੰਤ ਚਿੰਤਾ ਤੋਂ ਰਹਿਤ ਹੈ, ਉਹਨੂੰ ਕੋਈ ਚਿੰਤਾ ਨਹੀਂ, ਤੇ ਉਹ ਮਨ 'ਚ ਆ ਕੇ ਵਸ ਜਾਂਦਾ। ਜਿਨ੍ਹਾਂ ਦੇ ਮਨ 'ਚ ਵਸਦਾ ਉਹਨਾਂ ਨੂੰ ਅਚਿੰਤ ਕਰ ਦਿੰਦਾ। ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ, ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਓ, ਜਿਵੇਂ ਬਚਨ ਆਏ ਨੇ। ਇੱਥੇ ਵੀ ਕਹਿੰਦੇ ਨੇ ਹਰੀ ਪ੍ਰਮਾਤਮਾ ਜੀਓ ਸਫਲਿਓ, ਫਲ ਦੇ ਸਹਿਤ ਰੁੱਖ ਹਨ। ਬ੍ਰਹਮ ਗਿਆਨ ਰੂਪੀ ਫਲ, ਸ਼ੁਭ ਗੁਣਾ ਰੂਪੀ ਫਲ, ਪਦਾਰਥਾਂ ਨਿਧੀਆਂ ਸਿੱਧੀਆਂ ਰਿੱਧੀਆਂ ਰੂਪੀ ਫਲ ਸੱਚੇ ਪਾਤਸ਼ਾਹ ਨੂੰ ਲੱਗੇ ਹੋਏ ਨੇ। ਹਰੀ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਈਏ, ਸਭ ਕੁਝ ਹੀ ਪ੍ਰਾਪਤ ਹੋ ਜਾਂਦਾ। ਜੈਸੀ ਜੈਸੀ ਭਾਵਨਾ ਤੈਸਾ ਤੈਸਾ ਫਲ ਮਿਲਦਾ। ਇਉਂ ਹਰੀ ਪ੍ਰਮਾਤਮਾ ਜੀ ਸਫਲਿਓ, ਫਲ ਦੇ ਸਹਿਤ ਫਲੇ ਹੋਏ, ਫਲਾਂ ਦੇ ਸਹਿਤ ਫਲੇ ਹੋਏ ਬਿਰਖ ਦੀ ਨਿਆਈ ਹਨ, ਅੰਮ੍ਰਿਤ ਰੂਪ ਹਨ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲੇ ਹਨ ਸੱਚੇ ਪਾਤਸ਼ਾਹ ਜੀ। ਸੋ ਜਿਨ ਪੀਤਾ ਤਿਸ ਤਿਖਾ ਲਿਹਾਵਣਿਆ, ਜਿਨ੍ਹਾਂ ਨੇ ਇਸ ਨਾਮ ਅੰਮ੍ਰਿਤ ਦੇ ਤਾਈਂ ਪੀਤਾ ਹੈ, ਉਹਨਾਂ ਦੀ ਸਾਰੀ ਤਿਖਾ ਜਿਹੜੀ ਤੇ ਹੈ ਨਾ, ਤ੍ਰਿਸ਼ਨਾ ਰੂਪੀ ਤੇ, ਉਹ ਲਾ ਦਿੰਦਾ ਪਰਮੇਸ਼ਰ। ਹਰ ਜੀ ਹਉ ਵਾਰੀ ਜੀਓ ਵਾਰੀ, ਸੱਚ ਸੰਗਤ ਮੇਲ ਮਿਲਾਵਣਿਆ। ਕਹਿੰਦੇ ਮੈਂ ਆਪਣਾ ਆਪ ਵਾਰਦਿਆਂ, ਜੀਓ ਆਪਣੀ ਜਿੰਦ ਵਾਰਦਿਆਂ ਉਹਨਾਂ ਤੋਂ ਜਿਹੜੇ ਸੱਚ ਸਰੂਪ ਪਰਮੇਸ਼ਰ ਦੀ ਨਾਮ ਰੂਪੀ ਨਾਮ ਜਪਣ ਵਾਲੀ ਸੰਗਤ ਵਿੱਚ ਮੇਲ ਕੇ ਆਪਣੇ ਆਪ ਨੂੰ ਵਾਹਿਗੁਰੂ ਨਾਲ ਮਿਲਾ ਲੈਂਦੇ ਆ। ਕਹਿੰਦੇ ਉਹਨਾਂ ਤੋਂ ਵਾਰੀ ਫੇਰ ਹੀ ਜਾਵਾਂ, ਸਦਕੇ ਜਾਵਾਂ,
ਜਿਨ੍ਹਾਂ ਨੂੰ ਸੱਚ ਸਰੂਪ ਪਰਮੇਸ਼ਰ ਨੇ ਸੰਗਤ ਵਿੱਚ ਮੇਲ ਕੇ ਆਪਣੇ ਨਾਲ ਮਿਲਾ ਲਿਆ ਹੈ। ਹਰ ਸਤ ਸੰਗਤ ਆਪੇ ਮਿਲੈ। ਹਰੀ ਵਾਹਿਗੁਰੂ ਦਾ ਨਾਮ ਜਪਣ ਵਾਲੇ ਜੋ ਸਤ ਸੰਗਤ ਹੈ ਉਹਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਹਰੀ ਆਪ ਹੀ ਮਿਲਦਾ ਹੈ। ਇਹ ਉਹਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਗੁਰ ਸ਼ਬਦੀ ਹਰ ਗੁਣ ਗਾਵਣਿਆ, ਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰ ਸ਼ਬਦੀਏ ਬਣ ਕੇ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਜੋ ਗਾਉਂਦੇ ਹਨ ਉਹਨਾਂ ਤੋਂ ਵਾਰਨੇ ਫੇਰਨੇ ਜਾਈਏ। ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ। ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੇਵਦੇ ਸਿਮਰਦੇ ਹਨ, ਸ਼ਰਨ ਪੈਂਦੇ ਹਨ, ਟਹਿਲ ਕਮਾਉਂਦੇ ਨੇ, ਜਿਹੜਾ ਵੀ ਕੋਈ ਐਸਾ ਚੱਲਦਾ ਹੋ ਕੇ ਸ਼ਬਦ ਸੁਹਾਇਆ, ਗੁਰੂ ਦੇ ਸ਼ਬਦ ਦੁਆਰਾ ਸੁਹਾਇਆ, ਸ਼ੋਭਨੀਕ ਬਣ ਗਿਆ, ਸੋਹਣੇ ਜੀਵਨ ਵਾਲਾ ਬਣ ਗਿਆ, ਉਹਦਾ ਅੰਦਰ ਘੜਿਆ ਗਿਆ ਹੈ। ਜਨ ਹਰ ਕਾ ਨਾਮ ਮਨ ਵਸਾਇਆ, ਜਿਸ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਮੰਨ ਕੇ ਤੇ ਵਸਾ ਹੀ ਲਿਆ ਹੈ। ਹਰ ਨਿਰਮਲ ਹਉਮੈ ਮੈਲ ਗਵਾਏ। ਹਰੀ ਵਾਹਿਗੁਰੂ ਪਰਮਾਤਮਾ ਹੈ ਮੈਲ ਤੋਰੈ ਤੇ ਸ਼ੁੱਧ ਨਿਰਮਲ ਉਜਲ ਤੇ ਪਵਿੱਤਰ ਸਰੂਪ। ਉਹ ਵਾਹਿਗੁਰੂ ਦੇ ਜਿਹੜੇ ਪਿਆਰੇ ਹਨ ਸਿਮਰਨ ਕਰਨ ਵਾਲੇ, ਉਹਨਾਂ ਦੀ ਹਉਮੈ ਮੈਲ ਨੂੰ ਗਵਾ ਦਿੰਦਾ, ਦੂਰ ਕਰ ਦਿੰਦਾ। ਦਰ ਸੱਚੈ ਸੋਭਾ ਪਾਵਣਿਆ। ਫਿਰ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਅੰਦਰ ਉਹ ਗੁਰਮੁਖ ਪਿਆਰਾ ਸੋਭਾ ਪ੍ਰਾਪਤ ਕਰਦਾ। ਬਿਨ ਗੁਰ ਨਾਮ ਨਾ ਪਾਇਆ ਜਾਏ। ਬਿਨਾਂ ਗੁਰਾਂ ਦੀ ਸ਼ਰਨ ਤੋਂ, ਗੁਰਾਂ ਦੇ ਉਪਦੇਸ਼ ਤੋਂ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਭਾਵੇਂ ਅੰਦਰ ਹੀ ਹੈ ਸਾਰਿਆਂ ਦੇ ਨਾਮ, ਪਰ ਜਿਵੇਂ ਕਿਸੇ ਮੋਟਰ ਬੰਬੀ ਨੇ, ਨਲਕੇ ਨੇ ਪਾਣੀ ਛੱਡਿਆ ਹੋਇਆ ਹੁੰਦਾ, ਹੈ ਤਾਂ ਸਹੀ ਥੱਲੇ, ਪਰ ਬੋਰ ਪਾਣੀ ਨਹੀਂ ਚੱਕਦਾ। ਉੱਪਰੋਂ ਪਾਣੀ ਪਾ ਕੇ ਫਿਰ ਚਲਾਈਏ ਜਾਂ ਨਲਕੇ ਨੂੰ ਨਲ ਨੂੰ ਗੇੜਾ ਮਾਰੀਏ, ਤੇ ਜਿਸ ਵੇਲੇ ਅੰਦਰਲਾ ਤੇ ਉੱਪਰਲਾ ਪਾਣੀ ਦੋਵੇਂ ਮਿਲ ਜਾਂਦੇ ਆ ਫਿਰ ਲਗਾਤਾਰ ਚੱਲਦਾ। ਇਸ ਤਰ੍ਹਾਂ ਉੱਪਰੋਂ ਸਤਿਗੁਰੂ ਧਾਰਨ ਕਰਕੇ ਸਤਿਗੁਰੂ ਦੇ ਕੋਲੋਂ ਦੀਖਿਆ ਲੈ ਕੇ ਕਮਾਈ ਕਰੀਏ, ਤੇ ਫਿਰ ਜਿਹੜਾ ਅੰਦਰ ਨਾਮ ਹੈ ਨਾ ਗੁਪਤ, ਸੋ ਉਹਦੇ ਨਾਲ ਮਿਲਾਪ ਹੋ ਜਾਂਦਾ, ਫਿਰ ਉਹ ਪ੍ਰਗਟ ਹੁੰਦਾ। ਸੋ ਇਸ ਤਰ੍ਹਾਂ ਹੈ ਤਾਂ ਸਭ ਦੇ ਅੰਦਰ ਹੀ, ਪਰ ਪ੍ਰਗਟ ਨਹੀਂ ਹੈ। ਸੋ ਬਿਨ ਗੁਰ ਨਾਮ ਨਾ ਪਾਇਆ ਜਾਏ। ਬਿਨਾਂ ਗੁਰਾਂ ਦੀ ਸ਼ਰਨ ਤੋਂ, ਉਪਦੇਸ਼ ਤੋਂ, ਬਖਸ਼ਿਸ਼ ਤੋਂ ਨਾਮ ਨਹੀਂ ਪ੍ਰਾਪਤ ਕੀਤਾ ਜਾਂਦਾ। ਸਿੱਧ ਸਾਧਕ ਰਹੇ ਬਿਲ ਲਾਏ। ਉਸ ਨਾਮ ਵਾਲੀ ਅਵਸਥਾ ਨੂੰ ਜਿਹੜੇ ਪੁੱਗੇ ਹੋਏ ਯੋਗੀ ਹਨ ਜਾਂ ਸਾਧਕ ਸਾਧਨਾ ਕਰਨ 'ਚ ਲੱਗੇ ਹੋਏ ਯੋਗੀ ਬੜਾ ਵਿਰਲਾਪ ਕਰਦੇ ਰਹੇ, ਪਰ ਗੱਲ ਨਾ ਬਣੀ। ਮਛਿੰਦਰ ਨਾਥ ਵਰਗੇ ਕਹਿੰਦੇ 72-73 ਸਾਲ ਦੀ ਉਮਰ ਦੇ ਅੰਦਰ ਜਾ ਕੇ ਰਾਜੇ ਅਮਰੂ ਦੀ ਮੁਰਦਾ ਦੇਹ ਵਿੱਚ ਪ੍ਰਵੇਸ਼ ਕਰਕੇ ਕਹਿੰਦੇ ਸ਼ਰਾਬ ਵੀ ਪੀਣ ਲੱਗ ਪਿਆ ਸੀ, ਨਾਚ ਵੇਖਣ ਲੱਗ ਪਿਆ, ਜੀਵਨ ਭ੍ਰਸ਼ਟ ਹੋ ਗਿਆ ਸੀ। ਇਸ ਤਰ੍ਹਾਂ ਦੀ ਗਾਥਾ ਲਿਖੀ ਹੋਈ ਹੈ। ਸੋ ਬਿਨ ਗੁਰ ਸੇਵੇ ਸੁਖ ਨਾ ਹੋਵੇ। ਬਿਨਾਂ ਸਤਿਗੁਰਾਂ ਦੀ ਸੇਵਾ ਭਗਤੀ ਤੋਂ, ਟਹਿਲ ਤੋਂ ਆਤਮਿਕ ਸੁਖ ਨਹੀਂ ਹੋਵੇਗਾ। ਪੂਰੇ ਭਾਗ ਗੁਰ ਪਾਵਣਿਆ। ਜਿਸ ਦੇ ਪੂਰੇ ਭਾਗ ਹੋਣ, ਪੂਰਨ ਮੁਕੰਮਲ ਉੱਚੇ ਭਾਗ, ਉਹਨਾਂ ਭਾਗਾਂ ਦੁਆਰਾ ਇਹ ਪੂਰੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਹ ਮਨ ਆਰਸੀ ਕੋਈ ਗੁਰਮੁਖ ਵੇਖਿਆ। ਆਰਸੀ ਦਾ ਅਰਥ ਹੈ ਸ਼ੀਸ਼ਾ, ਦਰਪਣ। ਇਹ ਜਿਹੜਾ ਮਨ ਹੈ ਸਾਡਾ, ਇਹੋ ਹੀ ਆਰਸੀ ਹੈ, ਮਤਲਬ ਦਰਪਣ ਹੈ, ਸ਼ੀਸ਼ਾ ਹੈ। ਤੇ ਕੋਈ ਗੁਰਮੁਖ ਵੇਖਿਆ। ਅਸੀਂ ਮਨ ਦੀ ਪੱਤਰੀ ਤੇ ਵਾਚਦੇ ਨਹੀਂ ਨਾ, ਹੋਰ ਇੱਧਰ ਉੱਧਰ ਵੇਖੀ ਜਾਂਦੇ ਦੂਜਿਆਂ ਵੱਲ। ਆਪਣੇ ਮਨ ਦੀ ਪੱਤਰੀ ਨਹੀਂ ਵਾਚਦੇ, ਆਪਣੇ ਮਨ ਰੂਪੀ ਸ਼ੀਸ਼ੇ ਨੂੰ ਨਹੀਂ ਵੇਖਦੇ। ਮਹਾਰਾਜ ਕਹਿੰਦੇ ਕੋਈ ਵਿਰਲਾ ਗੁਰਮੁਖ ਹੈ, ਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ, ਜਿਹੜਾ ਇਸ ਮਨ ਰੂਪੀ ਆਰਸੀ ਸ਼ੀਸ਼ੇ ਨੂੰ ਵੇਖਦਾ ਵੀ ਇਹਦੇ 'ਚ ਕੀ ਕੁਝ ਹੈ, ਕਿੰਨੀ ਕੁ ਮੈਲ ਹੈ, ਚਿਹਰਾ ਸਾਫ਼ ਦਿਸਦਾ ਕਿ ਨਹੀਂ। ਮੋਰਚਾ ਨਾ ਲੱਗਿਆ ਜਾਂ ਹਉਮੈ ਸੁੱਖ ਹੈ। ਜਿਸ ਤਰ੍ਹਾਂ ਜਿਹੜਾ ਲੋਹਾ ਹੈ, ਇਸ ਨੂੰ ਨਵੀਂ 'ਚ ਰੱਖਦੀ ਹੈ ਨਾ, ਨਵੀਂ ਸਿੱਲ ਦੇ ਵਿੱਚ, ਤੇ ਉਹਨੂੰ ਜੰਗਾਲ ਲੱਗ ਜਾਂਦਾ। ਇਸੇ ਪ੍ਰਕਾਰ ਹਜੂਰ ਕਹਿੰਦੇ ਨੇ ਇਹ ਜਿਹੜਾ ਮਨ ਹੈ ਸਾਡਾ, ਇਹਨੂੰ ਜੰਗਾਲ ਲੱਗਾ ਹੋਇਆ। ਕਿਸ ਕਾਰਨ ਜੰਗਾਲ ਲੱਗਾ ਵਿਕਾਰਾਂ ਦਾ? ਕਹਿੰਦੇ ਹਉਮੈ ਦੇ ਅੰਦਰ, ਹਉਮੈ ਦੀ ਸਿੱਲ ਹੈ, ਸਲਾਬ ਹੈ। ਤੇ ਜਿਹੜਾ ਗੁਰਮੁਖ ਪਿਆਰਾ ਆਪਣੇ ਇਸ ਮਨ ਰੂਪੀ ਸ਼ੀਸ਼ੇ ਨੂੰ ਵੇਖ ਲੈਂਦਾ ਹੈ ਤੇ ਮੈਲ ਲੱਗੀ ਉਹਨੂੰ ਸਾਹਮਣੇ ਆ ਜਾਂਦੀ ਹੈ, ਉਹ ਹਉਮੈ ਨੂੰ ਸੋਖ ਦਾ ਸੁਕਾ ਲੈਂਦਾ। ਹਉਮੈ ਸੁਖਾ ਲੈਂਦਾ, ਫਿਰ ਦੁਬਾਰਾ ਮੋਰਚਾ ਜਿਹੜਾ ਜੰਗਾਲ ਹੈ ਉਹ ਨਹੀਂ ਫਿਰ ਲੱਗਦਾ ਇਸ ਮਨ ਨੂੰ। ਅਨਹਤ ਬਾਣੀ ਨਿਰਮਲ ਸ਼ਬਦ ਵਜਾਏ। ਅਨਹਤ ਆਹਤ ਚੋਟ ਤੋਂ ਬਗੈਰ ਜਿਹੜੀ ਬਾਣੀ ਹੈ ਨਾ ਬ੍ਰਹਿਮੰਡ ਵਿੱਚ, ਉਹ ਬਾਣੀ ਉਹਦੇ ਅੰਦਰ ਵਸ ਜਾਂਦੀ ਹੈ। ਨਿਰਮਲ ਮੈਲ ਤੋਂ ਰਹਿਤ, ਉਜਲ ਸ਼ੁੱਧ ਪਵਿੱਤਰ ਗੁਰੂ ਦਾ ਸ਼ਬਦ ਜਿਹੜਾ ਉਸ ਦਾ ਵਾਜਾ ਵਜਾ ਲੈਂਦਾ ਆਪਣੇ ਹਿਰਦੇ ਅੰਦਰ। ਗੁਰ ਸ਼ਬਦੀ ਸੱਚ ਸਮਾਵਣਿਆ। ਗੁਰੂ ਦਾ ਸ਼ਬਦ ਜਿਹੜਾ ਇਹਦੇ ਨਾਲ ਜੁੜ ਕੇ ਉਹ ਸੱਚ ਸਰੂਪ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਹੈ। ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ। ਬਿਨਾਂ ਸੱਚੇ ਗੁਰਾਂ ਦੀ ਸ਼ਰਨ ਤੋਂ ਕਿਸੇ ਪਾਸੋਂ ਵੀ
ਵਾਹਿਗੁਰੂ ਪਰਮਾਤਮਾ ਵੇਖਿਆ ਨਹੀਂ ਜਾ ਸਕਦਾ। ਗੁਰ ਕਿਰਪਾ ਕਰੇ ਆਪ ਦਿੱਤਾ ਦਿਖਾਏ। ਜਿਨ੍ਹਾਂ ਤੇ ਸਤਿਗੁਰਾਂ ਕਿਰਪਾ ਕੀਤੀ ਹੈ ਨਾ, ਕਿਰਪਾ ਕਰਕੇ ਆਪਣਾ ਸਰੂਪ ਜਾਂ ਆਪ ਪਰਮੇਸ਼ਰ ਪਰਮਾਤਮਾ ਵਿਖਾ ਦਿੱਤਾ, ਭਾਵ ਅਨੁਭਵ ਕਰਾਤਾ ਹੈ। ਆਪੇ ਆਪ ਮਿਲ ਰਿਹਾ। ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਜਿਹੜਾ ਪਹਿਲਾਂ ਵੀ ਸੀ ਪਰਮੇਸ਼ਰ, ਹੁਣ ਵੀ ਅੱਗੇ ਨੂੰ ਵੀ ਉਹੀ ਹੋਵੇਗਾ। ਆਪਣੇ ਆਪ ਤੋਂ ਆਪ ਰੂਪ, ਉਹ ਆਪਣੇ ਸਰੂਪ 'ਚ ਆਪ ਹੀ ਮਿਲ ਰਿਹਾ ਹੈ, ਸਮਾਇਆ ਹੋਇਆ। ਸਹਿਜੇ ਸਹਿਜ ਸਮਾਵਣਿਆ। ਅਤੇ ਇਸ ਤਰ੍ਹਾਂ ਉਹ ਗੁਰਮੁਖ ਜਿਹੜਾ ਹੈ ਸਹਿਜ ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਪਹੁੰਚ ਕੇ ਸਮਾ ਜਾਂਦਾ ਵਾਹਿਗੁਰੂ ਵਿੱਚ ਹੀ। ਸਹਿਜੇ ਗਿਆਨ ਦੁਆਰਾ ਸਹਿਜ ਸਰੂਪ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ। ਗੁਰਮੁਖ ਹੋਵੈ ਸੋ ਇੱਕ ਸਿਉ ਲਿਵ ਲਾਏ। ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਨਾ, ਗੁਰਮੁਖ ਬਣ ਜਾਂਦਾ, ਉਹ ਇੱਕ ਸਰੂਪ ਜਿਹੜਾ ਪਰਮੇਸ਼ਰ ਆ ਉਹਦੇ ਵਿੱਚ ਆਪਣੀ ਲਿਵ ਲਾ ਕੇ ਰਹਿੰਦਾ। ਲਿਵ ਹੁੰਦੀ ਹੈ ਸੁਰਤ, ਤੇਲ ਦੀ ਧਾਰਾਵਤ ਬਿਰਤੀ ਸੁਰਤੀ ਨੂੰ ਲਾ ਕੇ ਰਹਿੰਦਾ। ਦੂਜਾ ਭਰਮ ਗੁਰ ਸ਼ਬਦ ਜਲਾਏ। ਜਿਹੜਾ ਦੂਜਾ ਭਰਮ ਹੈ ਨਾ ਸੰਸਾਰ ਵਾਲਾ, ਸੰਸਾਰ ਨੂੰ ਸੱਚਾ ਮੰਨਣ ਵਾਲਾ, ਗੁਰੂ ਦੇ ਸ਼ਬਦ ਰਾਹੀਂ ਇਸ ਦੂਜੇ ਭਰਮ ਨੂੰ ਉਹ ਸਾੜ ਲੈਂਦਾ ਹੈ। ਦੂਜਾ ਦਵੈਤ ਅਤੇ ਭਰਮ, ਇਹ ਗੁਰੂ ਦੇ ਸ਼ਬਦ ਰਾਹੀਂ ਦੋਵਾਂ ਨੂੰ ਸਾੜ ਲੈਂਦਾ। ਅਤੇ ਕਾਇਆ ਅੰਦਰ ਵਣਜ ਕਰੇ ਵਪਾਰਾ। ਇਸ ਕਾਇਆ ਸਰੀਰ ਦੇ ਅੰਦਰ ਹੀ ਵਣਜ ਵਪਾਰ ਕਰਦਾ ਉਹ ਸੱਚੇ ਨਾਮ ਦਾ। ਨਾਮ ਨਿਧਾਨ ਸੱਚ ਪਾਵਣਿਆ। ਨਾਮ ਰੂਪੀ ਖਜ਼ਾਨਾ ਜੋ ਸੱਚ ਸਰੂਪ ਪਰਮੇਸ਼ਰ ਦੇ ਨਾਮ ਦਾ ਹੈ ਅਤੇ ਸੱਚ ਵਾਹਿਗੁਰੂ ਦਾ ਗਿਆਨ ਹੈ, ਇਹ ਉਹ ਪ੍ਰਾਪਤ ਕਰ ਲੈਂਦਾ। ਗੁਰਮੁਖ ਕਰਨੀ ਹਰ ਕੀਰਤ ਸਾਰ। ਜਿਹੜੇ ਗੁਰਮੁਖ ਕਰਨੀ ਕਰਦੇ ਉਹ ਕਿਹੜੀ ਹੈ? ਹਰੀ ਦੀ ਕੀਰਤੀ। ਇਹ ਉਹਨਾਂ ਦੀ ਸਾਰ ਸ੍ਰੇਸ਼ਟ ਕਰਨੀ ਹੈ ਜੀਵਨ ਦੇ ਅੰਦਰ। ਉਹਨੂੰ ਸਮਝ ਆ ਗਈ ਹੈ ਕਿ ਵਾਹਿਗੁਰੂ ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਹਿਰਦੈ ਫਿਰ ਚੱਲੈ ਤੁਧ ਨਾਲੀ। ਇਸ ਤਰ੍ਹਾਂ ਹਿਰਦੇ ਅੰਦਰ ਵਾਹਿਗੁਰੂ ਦੀ ਕੀਰਤੀ ਕਰਨੀ, ਇਹ ਸਾਰ ਸ੍ਰੇਸ਼ਟ ਕਰਨੀ ਉਹਨਾਂ ਬਣਾਈ ਹੈ ਆਪਣੀ। ਗੁਰਮੁਖ ਪਾਏ ਮੋਖ ਦੁਆਰ। ਗੁਰਾਂ ਦੇ ਸਨਮੁਖ ਹੋ ਕੇ ਜੋ ਚੱਲਦਾ, ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦਾ। ਆਨੰਦ ਰੰਗ ਰੱਤਾ ਗੁਣ ਗਾਵੇ। ਰਾਤ ਤੇ ਦਿਨ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੱਤਾ ਹੋਇਆ ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਉਂਦਾ ਹੈ। ਅੰਦਰ ਮਹਿਲ ਬੁਲਾਵਣਿਆ। ਅਤੇ ਵਾਹਿਗੁਰੂ ਨੇ ਸਰੂਪ ਰੂਪੀ ਮਹਿਲ ਦੇ ਅੰਦਰ ਉਸ ਨੂੰ ਬੁਲਾ ਲਿਆ ਹੈ। ਭਾਵ ਵਾਹਿਗੁਰੂ ਨੇ ਆਪਣੇ 'ਚ ਭੇਦਤਾ ਬਖਸ਼ ਦਿੱਤੀ ਹੈ, ਆਪਣੇ ਚਰਨਾਂ 'ਚ ਨਿਵਾਸ ਬਖਸ਼ ਦਿੱਤਾ ਉਸ ਨੂੰ। ਸਤਿਗੁਰ ਦਾਤਾ ਮਿਲਿਆ ਮਿਲਾਇਆ। ਸਤਿਗੁਰੂ ਦਾਤਾ ਜੀ ਵੀ ਇੰਜ ਨਹੀਂ ਸਾਨੂੰ ਮਿਲਦੇ। ਪਰਮੇਸ਼ਰ ਦਾ ਮਿਲਾਇਆ ਹੋਇਆ ਇਹ ਪੂਰਾ ਦਾਤਾ ਸਤਿਗੁਰੂ ਮਿਲਦਾ ਹੈ। ਜੇ ਵਾਹਿਗੁਰੂ ਮਿਹਰ ਕਰੇ ਤਾਂ ਪੂਰਾ ਭਾਗ ਮਨ ਸ਼ਬਦ ਵਸਾਇਆ। ਜਿਨ੍ਹਾਂ ਦੇ ਪੂਰਨ ਭਾਗ ਹਨ ਨਾ, ਉੱਚੇ ਭਾਗ, ਸਵੱਲੇ ਭਾਗ ਨੇ ਪਿਛਲੇ ਜਨਮਾਂ ਦੀ ਕਮਾਈ ਕਰਕੇ, ਉਸ ਪੂਰਿਆਂ ਭਾਗਾਂ ਕਰਕੇ ਕਿਸੇ ਨੇ ਮਨ 'ਚ ਗੁਰੂ ਦੇ ਸ਼ਬਦ ਨੂੰ ਵਸਾਇਆ ਹੈ। ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਸੋ ਇਸ ਤਰ੍ਹਾਂ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਉਹਨਾਂ ਨੂੰ ਨਾਮ ਮਿਲਿਆ ਹੈ ਇਹੋ ਹੀ ਵੱਡੀ ਵਡਿਆਈ ਹੈ। ਹਰੀ ਅਕਾਲ ਪੁਰਖ ਜੋ ਸੱਚ ਸਰੂਪ ਆ ਉਸ ਦੇ ਗੁਣ ਗਾਉਂਦਾ ਉਹ ਗੁਰਮੁਖ ਪਿਆਰਾ ਜਾਂ ਗਾਉਂਦੇ ਹਨ। ਵਾਹਿਗੁਰੂ ਦੇ ਗੁਣ ਗਾਉਣ ਵਾਲੇ ਉਹ ਬਣ ਗਏ ਨੇ ਅਤੇ ਜਿਨ੍ਹਾਂ ਦੇ ਤਾਂ ਹੀ ਨਾਮ ਰੂਪ ਵਡਿਆਈ ਮਿਲੀ ਹੈ ਵਾਹਿਗੁਰੂ ਦੇ ਦਰ ਤੋਂ ਪੂਰਨ ਭਾਗਾਂ ਕਰਕੇ। ਇੱਥੇ 10 ਅਸ਼ਟਪਦੀਆਂ ਹੁਣ ਤੱਕ ਸੰਪੂਰਨ ਹੋਈਆਂ ਜੋ ਮਾਝ ਰਾਗ ਵਿੱਚ ਹਨ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਦੀਆਂ ਅਸ਼ਟਪਦੀਆਂ ਚੱਲ ਰਹੀਆਂ। ਇੱਥੋਂ ਤੱਕ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸਤਿਗੁਰੂ ਜੀ ਦੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।